ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਭੇਜ ਦੇ ਰਹੇ ਨੇ, ਇਹ ਜਦੋਂ ਆਪਾਂ ਇਸ ਲੋਕ ਦੇ ਵਿੱਚ ਆਉਂਦੇ ਹਾਂ, ਸਾਡਾ ਮਨ ਇੱਧਰ ਆਉਂਦਾ ਹੈ। ਇਹ ਸਰੀਰ ਨੂੰ ਲੋਕ ਦਾ ਨਾਮ ਦਿੱਤਾ। ਜਿਉਂ ਹੀ ਸਵੇਰ ਨੂੰ ਆਪਣਾ ਮਨ ਇਸ ਲੋਕ ਵਿੱਚ ਆ ਕੇ ਪ੍ਰਵੇਸ਼ ਹੁੰਦਾ ਹੈ, ਇੱਧਰ ਜਿਹੜਾ ਸਾਰਾ ਖੇਲ ਹੈ ਇਹ ਚੱਲਦਾ ਹੈ ਵਿਚਾਰਾਂ ਦਾ, ਫੁਰਨਿਆਂ ਦਾ। ਇਹ ਕਾਲ ਦਾ ਦੇਸ਼ ਹੈ, ਇਸ ਨੂੰ ਵਿਚਾਰਾਂ ਦਾ ਦੇਸ਼ ਕਹਿੰਦੇ, ਫੁਰਨਿਆਂ ਦਾ ਦੇਸ਼, ਪਰਦੇਸ ਕਹਿ ਦਿੱਤਾ ਇਸ। ਹੁਣ ਜਦੋਂ ਆਪਾਂ ਗੁਰੂ ਘਰ ਆਉਂਦੇ ਹਾਂ, ਸਤਸੰਗ ਦੇ ਵਿੱਚ ਆਉਂਦੇ ਹਾਂ, ਆਪਣਾ ਮਨ ਪਹਿਲਾਂ ਇਹ ਵਿਚਾਰਾਂ ਦੇ ਵਿੱਚ ਸੁੱਤਾ ਹੁੰਦਾ ਹੈ। ਜਦੋਂ ਆਪਾਂ ਸੰਸਾਰ ਦੇ ਵਿੱਚ ਚੱਲਦੇ ਹਾਂ, ਵਿਚਾਰਾਂ 'ਚ ਚੱਲਦੇ ਹਾਂ, ਜਾਂ ਅਸੀਂ ਰਸਤੇ ਵਿੱਚ ਆਉਂਦੇ ਹਾਂ, ਕੋਈ ਨਾ ਕੋਈ ਅਸੀਂ ਵਿਚਾਰਾਂ ਜਾਂ ਗੱਲਾਂ ਕਰਦੇ ਹੁੰਦੇ। ਹੁਣ ਇੱਥੇ ਆ ਕੇ ਸਭ ਤੋਂ ਪਹਿਲਾਂ ਸਤਿਗੁਰੂ ਫਿਰ ਆਪਾਂ ਨੂੰ ਕਹਿੰਦੇ ਵੀ ਸਿਮਰਨ ਕਰਕੇ ਪਹਿਲਾਂ ਇਹ ਜਿਹੜਾ ਮਨ ਸੁੱਤਾ ਵਿਚਾਰਾਂ ਤੋਂ, ਫੁਰਨਿਆਂ ਤੋਂ, ਇਸ ਨੂੰ ਰਹਿਤ ਕਰ। ਪਹਿਲਾਂ ਸੁੱਤੇ ਹੋਏ ਮਨ ਨੂੰ ਜਗਾਵੋ। ਜਦੋਂ ਸਾਡਾ ਮਨ ਜਾਗੇਗਾ, ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋਏਗਾ, ਫਿਰ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਆਉਣੀ। ਜਦ ਤੱਕ ਸਾਡਾ ਮਨ ਵਿਚਾਰਾਂ 'ਚ, ਫੁਰਨਿਆਂ ਦੇ ਵਿੱਚ ਸੁੱਤਾ ਹੈ, ਸਾਨੂੰ ਗੁਰਬਾਣੀ ਗੁਰੂ ਦੀ ਸਮਝ ਨਹੀਂ ਆਉਂਦੀ। ਕਿਉਂਕਿ ਜਿਹਨੇ ਸਮਝਣਾ ਜਾਂ ਜਿਹਨੂੰ ਗੁਰਬਾਣੀ ਗੁਰੂ ਸਮਝਾ ਰਹੇ ਨੇ ਮਨ ਨੂੰ, ਉਹ ਤਾਂ ਸੁੱਤਾ ਪਿਆ, ਅਤੇ ਫਿਰ ਆਪਾਂ ਗੁਰਬਾਣੀ ਸੁਣਾਉਣੀ ਕਿਸ ਨੂੰ, ਕਿਹਨੂੰ ਸਮਝਾਉਣਾ ਹੈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਪਹਿਲਾਂ ਸੁੱਤੇ ਹੋਏ ਮਨ ਨੂੰ ਜਗਾਓ, ਅਤੇ ਜਗਾਉਣ ਵਾਸਤੇ ਇਹ ਆਪਾਂ ਨੂੰ ਵਿਧੀ, ਜੁਗਤੀ ਦੱਸੀ, ਤਰੀਕਾ, ਸਾਸਕ, ਰਸ, ਸਿਮਰਨ।
ਇਹ ਜੋ ਹੁਣ ਆਪਾਂ ਪਹਿਲਾਂ ਸਿਮਰਨ ਕਰਦੇ ਹਾਂ, ਇਸੇ ਕਰਕੇ ਕਰਦੇ ਹਾਂ ਵੀ ਸਾਡਾ ਮਨ ਸੁਣਨ ਦੀ ਅਵਸਥਾ ਦੇ ਵਿੱਚ ਆ ਜਾਵੇ, ਵੀ ਇਹ ਵਿਚਾਰਾਂ ਤੋਂ ਰਹਿਤ ਹੋ ਜਾਵੇ। ਫਿਰ ਜੋ ਵੀ ਗੁਰਬਾਣੀ ਗੁਰੂ ਸਾਨੂੰ ਸਮਝਾ ਰਹੇ ਉਹ ਸਾਡੇ ਮਨ ਨੂੰ ਸਮਝ ਲੱਗ ਸਕੇ, ਸਾਨੂੰ ਪਤਾ ਲੱਗ ਸਕੇ ਵੀ ਅਸੀਂ ਇਸ ਸੰਸਾਰ ਦੇ ਵਿੱਚ ਕੀ ਕਰਨ ਵਾਸਤੇ ਆਏ ਹਾਂ, ਸਾਡਾ ਇੱਥੇ ਆਉਣ ਦਾ ਮਕਸਦ ਕੀ ਹੈ। ਇਸ ਵਾਸਤੇ ਫਿਰ ਪਹਿਲਾਂ ਇਹ ਆਪਾਂ ਸੁੱਤੇ ਹੋਏ ਮਨ ਨੂੰ ਜਗਾਉਂਦੇ ਹਾਂ ਸਿਮਰਨ ਕਰਕੇ। ਮਹਾਰਾਜ ਫਰਮਾਉਂਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਬਈ ਪਹਿਲਾਂ ਸਿਮਰਨ ਕਰਕੇ ਇਹ ਸੁੱਤੇ ਹੋਏ ਮਨ ਨੂੰ ਜਗਾਵੋ। ਹੁਣ ਜਦੋਂ ਆਪਣਾ ਮਨ ਵਿਚਾਰਾਂ ਤੋਂ ਰਹਿਤ ਹੁੰਦਾ, ਫਿਰ ਜਿਵੇਂ ਆਪਾਂ ਸਰੀਰ ਕਰਕੇ ਇੱਥੇ ਬੈਠੇ ਹਾਂ, ਸਾਡਾ ਸਰੀਰ ਇੱਥੇ, ਸਾਡਾ ਮਨ ਵੀ ਇੱਥੇ ਹਾਜ਼ਰ ਹੋਣਾ ਚਾਹੀਦਾ। ਜੇ ਤਾਂ ਸਾਡਾ ਮਨ ਇੱਥੇ ਹਾਜ਼ਰ ਹੈ ਫਿਰ ਤਾਂ ਆਪਾਂ ਜੋ ਵੀ ਵਿਚਾਰ ਕਰਾਂਗੇ ਸਾਨੂੰ ਸਮਝ ਆਈ। ਜੇ ਸਾਡਾ ਮਨ ਗੈਰ ਹਾਜ਼ਰ ਹੈ, ਸਾਡਾ ਮਨ ਬਾਹਰ ਚਲਾ ਗਿਆ ਵਿਚਾਰਾਂ 'ਚ, ਸੋਚਾਂ ਦੇ ਵਿੱਚ, ਫੁਰਨਿਆਂ ਦੇ ਵਿੱਚ, ਫਿਰ ਆਪਾਂ ਨੂੰ ਸਮਝ ਨਹੀਂ ਲੱਗਣੀ ਵੀ ਕੀ ਵਿਚਾਰ ਚੱਲ ਰਹੀ ਹੈ, ਕੀ ਸਤਿਗੁਰੂ ਸਾਨੂੰ ਉਪਦੇਸ਼ ਕਰ ਰਹੇ, ਕੀ ਸਾਨੂੰ ਸਮਝਾ ਰਹੇ ਨੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਜਿਵੇਂ ਤਨ ਸਾਡਾ ਇੱਥੇ ਹਾਜ਼ਰ, ਮਨ ਵੀ ਸਾਡਾ ਇੱਥੇ ਹਾਜ਼ਰ ਹੋਣਾ ਚਾਹੀਦਾ। ਜੇ ਸਾਡਾ ਮਨ ਹਾਜ਼ਰ ਹੋਏਗਾ ਤੇ ਸਾਨੂੰ ਸਮਝ ਲੱਗੀ, ਜੇ ਗੈਰ ਹਾਜ਼ਰ ਹੈ ਤੇ ਉਹ ਨਹੀਂ ਕਹਿੰਦੇ ਵੀ ਸੌਂ ਗਿਆ। ਜਦੋਂ ਵਿਚਾਰਾਂ 'ਚ ਚਲਾ ਗਿਆ ਕਹਿ ਦਿੰਦੇ ਨੇ ਵੀ ਮਨ ਸੌਂ ਗਿਆ। ਹੁਣ ਇਹ ਜਿੱਥੇ ਸੁੱਤਾ ਹੈ ਇਸ ਨੂੰ ਕਹਿੰਦੇ ਨੇ ਮਾਇਆ। ਮਾਇਆ ਦੇ ਵਿੱਚ ਮਨ ਆ ਕੇ ਭਰਮ ਦੇ ਵਿੱਚ ਸੌਂ ਜਾਂਦਾ ਹੈ। ਭਰਮ ਕੀ ਹੈ? ਵਿਚਾਰਾਂ ਦੇ ਵਿੱਚ ਸੌਂ ਜਾਂਦਾ ਹੈ। ਇਸੇ ਭਰਮ ਦੇ ਵਿੱਚ ਹੀ, ਇਸ ਮਾਇਆ ਦੇ ਵਿੱਚ, ਤ੍ਰੈ ਗੁਣਾਂ ਦੇ ਵਿੱਚ ਸਾਰਾ ਜਿਹੜਾ ਸੰਸਾਰ ਜਗ 'ਤੇ ਸੁੱਤਾ ਪਿਆ। ਮਹਾਰਾਜ ਫਰਮਾਉਂਦੇ ਤਿਹੀ ਗੁਣੀ ਸੰਸਾਰ ਭਰਮ ਸੁਤਾ ਸੁਤਿਆਂ ਰਹਿਣ ਵਿਹਾਣੀ। ਬਈ ਇੱਥੇ ਤ੍ਰੈ ਗੁਣਾਂ ਦੇ ਵਿੱਚ, ਮਾਇਆ ਦੇ ਵਿੱਚ ਜਿੰਨੇ ਵੀ ਮਨ ਸੀ, ਮਨ ਆ ਕੇ ਸੌਂ ਗਏ। ਹੁਣ ਸੁੱਤਾ ਹੋਇਆ ਮਨ ਇਹ ਸੁਪਨਾ ਦੇਖਦਾ, ਇਹ ਸੁਪਨੇ ਵਿੱਚ ਚੱਲਦਾ। ਜਿਵੇਂ ਆਪਾਂ ਸਾਰੇ ਜਾਣਦੇ ਹਾਂ ਵੀ ਜਿਹੜਾ ਸੁਪਨਾ ਹੈ ਉਹ ਸੁੱਤਿਆਂ ਨੂੰ ਆਉਂਦਾ ਹੈ, ਜਾਗਦਿਆਂ ਨੂੰ ਕਦੇ ਸੁਪਨਾ ਆਉਂਦਾ ਨਹੀਂ ਹੈ। ਹੁਣ ਇਸੇ ਤਰ੍ਹਾਂ ਹੀ ਜਦੋਂ ਮਨ ਸਾਡਾ ਸੌਂ ਜਾਂਦਾ ਹੈ, ਫਿਰ ਇਹ ਵਿਚਾਰਾਂ ਦੇ ਵਿੱਚ ਜਦੋਂ ਚੱਲਦਾ ਉਦੋਂ ਕਹਿੰਦੇ ਸੁਪਨੇ 'ਚ ਚੱਲ ਰਿਹਾ, ਸੁਪਨਾ ਦੇਖ ਰਿਹਾ। ਅਤੇ ਇਸ ਸੁਪਨੇ ਨੂੰ ਇਹ ਇੰਨਾ ਸੱਚ ਕਰਕੇ ਮੰਨ ਲੈਂਦਾ ਵੀ ਇਹੀਓ ਸਾਰਾ ਕੁਛ। ਜੋ ਸੱਚ ਸਾਡਾ ਮਾਤਾ ਪਿਤਾ ਨਿਰੰਕਾਰ ਵਾਹਿਗੁਰੂ, ਉਸ ਨੂੰ ਭੁੱਲ ਜਾਂਦਾ ਹੈ। ਜੋ ਝੂਠ ਸੀ ਇਹ ਝੂਠ ਨੂੰ ਸੱਚ ਕਰਕੇ ਮੰਨ ਲੈਂਦਾ। ਮਾਰੇ ਫਰਮਾਉਂਦੇ ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ ਸਾਚ ਕਰ ਹਮ ਗਾਠ ਦੀਨੀ ਛੋੜ ਪਰਮ ਨਿਧਾਨ। ਸਾਡੇ ਮਨ ਨੇ ਇਸ ਸੁਪਨੇ ਨੂੰ ਇੰਨਾ ਸੱਚ ਕਰਕੇ ਮੰਨਿਆ ਹੋਇਆ, ਇਹ ਸਮਝਦਾ ਵੀ ਇਹੀਓ ਮੇਰਾ ਸੰਸਾਰ ਹੈ, ਇਹੀਓ ਮੇਰਾ ਘਰ-ਬਾਰ ਹੈ। ਇਸ ਲੋਕ ਦੇ ਵਿੱਚ ਮੈਂ ਇਸੇ ਦਾ ਹੀ ਵਾਸੀ ਤੇ ਮੈਂ ਇੱਥੋਂ ਜਾਣਾ ਹੀ ਨਹੀਂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਤੁਸੀਂ ਭਰਮ 'ਚ ਪੈ ਗਏ ਹੋ, ਤੁਸੀਂ ਇਹ ਸੁਪਨਾ ਦੇਖ ਰਹੇ ਹੋ, ਤੁਸੀਂ ਜਾਗੋ, ਤੁਸੀਂ ਇਸ ਲੋਕ ਦੇ ਵਾਸੀ ਨਹੀਂ ਹੋ। ਆਪਾਂ ਸਾਰੇ ਰਹਿਣ ਵਾਲੇ ਹਾਂ ਪਰਲੋਕ ਦੇ। ਜੋ ਆਪਣਾ ਦੇਸ਼ ਹੈ ਉਹ ਹੈ ਪਰਲੋਕ। ਇਸ ਲੋਕ ਦੇ ਵਿੱਚ ਆਪਾਂ ਕੁਝ ਸਮੇਂ ਵਾਸਤੇ ਆਉਂਦੇ ਹਾਂ ਅਤੇ ਸਮਾਂ ਵੀ ਮਿਥਿਆ ਹੋਏ। ਇਹ ਨਹੀਂ ਬਈ ਅਸੀਂ ਸਦਾ ਇਸ ਸੰਸਾਰ ਦੇ ਵਿੱਚ ਰਵਾਂਗੇ। ਸਾਨੂੰ ਗਿਣਤੀ ਦਾ ਸਮਾਂ, ਸਵਾਸਾਂ ਦਾ ਧਨ ਦਿੱਤਾ ਜਾਂਦਾ ਹੈ।
ਜਿਹਦੇ ਵਿੱਚ ਇੱਕ ਤਿਲ ਭਰ ਵੀ ਵਾਧਾ ਘਟਦਾ ਨਹੀਂ ਹੈ, ਨਾ ਇੱਕ ਸਵਾਸ ਵਧਣਾ ਹੈ ਤੇ ਨਾ ਇੱਕ ਸਵਾਸ ਘਟਣਾ। ਮਹਾਰਾਜ ਫਰਮਾਉਂਦੇ ਗਣ ਘਾਲੇ ਸਭ ਦਿਵ ਸਾਸ, ਨਹਿ ਵਧਣ ਘਟਣ ਤਿਲ ਸਾਰ। ਬਈ ਇੱਕ ਤਿਲ ਮਾਤਰ ਵੀ ਇੱਧਰ ਉੱਧਰ ਨਹੀਂ ਹੋ ਸਕਦਾ, ਨਾ ਤਾਂ ਕੋਈ ਸਮੇਂ ਤੋਂ ਪਹਿਲਾਂ ਜਾ ਸਕਦਾ ਤੇ ਨਾ ਹੀ ਕੋਈ ਸਮੇਂ ਤੋਂ ਬਾਅਦ। ਜਦੋਂ ਦਿੱਤਾ ਹੋਇਆ ਸਮਾਂ ਖਤਮ ਹੋ ਗਿਆ ਉਹਨੂੰ ਜਾਣਾ ਹੀ ਪੈਣਾ ਹੈ, ਕਿਉਂਕਿ ਸਮਾਂ ਹੈ ਜਿਹੜਾ ਸਾਡੇ ਕੋਲ ਇਹ ਗਿਣਤੀ ਦਾ ਸਵਾਸਾਂ ਦਾ ਹੋਰ ਵਧਣਾ ਨਹੀਂ ਤੇ ਰੋਜ਼ ਦੀ ਰੋਜ਼ ਘਟੀ ਜਾ ਰਹੀ ਹੈ। ਜਿਉਂ ਹੀ ਅਸੀਂ ਸਵਾਸ ਲੈਣਾ ਸ਼ੁਰੂ ਕਰ ਦਿੰਦੇ ਹਾਂ ਸਾਡਾ ਧਨ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਮਹਾਰਾਜ ਕਹਿੰਦੇ ਵੀ ਜਿਵੇਂ ਜਨਨੀ ਮਾਂ ਹੈ ਆਪਦੇ ਬੱਚੇ ਨੂੰ ਦੇਖ ਕੇ ਬੜਾ ਖੁਸ਼ ਹੁੰਦੀ ਹੈ ਬਈ ਮੇਰਾ ਬੱਚਾ ਵੱਡਾ ਹੋ ਰਿਹਾ ਹੈ, ਜਵਾਨ ਹੋ ਰਿਹਾ ਹੈ। ਮਹਾਰਾਜ ਕਹਿੰਦੇ ਉਹ ਵੱਡਾ ਨਹੀਂ ਹੋ ਰਿਹਾ, ਉਹ ਘਟ ਰਿਹਾ ਹੈ। ਜਿਉਂ ਹੀ ਅਸੀਂ ਇਹ ਸੰਸਾਰ ਦੇ ਵਿੱਚ ਆ ਕੇ ਪ੍ਰਵੇਸ਼ ਨੇ ਅਸੀਂ ਉਹਦੇ ਘਟਣਾ ਸ਼ੁਰੂ ਕਰ ਦਿੱਤੀ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਵੀ ਜਨਨੀ ਦਾ ਕਹਿੰਦੀ ਵੀ ਮੇਰਾ ਬੱਚਾ ਵੱਡਾ ਹੋ ਰਿਹਾ, ਪਰ ਉਹ ਔਧ ਰੋਜ਼ ਘਟ ਰਿਹਾ ਹੈ, ਸਮਾਂ ਉਹਦਾ ਘਟੀ ਜਾ ਰਿਹਾ ਹੈ। ਹੁਣ ਆਪਾਂ ਨੂੰ ਵੀ ਸਮਝਾਉਂਦੇ ਇਸੇ ਤਰ੍ਹਾਂ ਵੀ ਸਾਡਾ ਵੀ ਸਮਾਂ ਘਟਦਾ ਜਾ ਰਿਹਾ, ਰੋਜ਼ ਦੀ ਰੋਜ਼ ਦਿਨ ਪਹਿਰ ਘੜੀਆਂ ਬੀਤਦੇ ਜਾ ਰਹੇ ਨੇ। ਸਮਾਂ ਖਤਮ ਹੋਣ ਤੋਂ ਪਹਿਲਾਂ ਅਸੀਂ ਆਪਦਾ ਜਿਹੜਾ ਕਾਰਜ ਹੈ ਉਸ ਨੂੰ ਸਵਾਰਨਾ ਹੁੰਦਾ ਹੈ। ਜਿਸ ਮਕਸਦ ਵਾਸਤੇ ਸਾਨੂੰ ਇਹ ਮਾਨਸ ਦੇਹੀ ਮਿਲੀ ਹੈ, ਪਰਮਾਤਮਾ ਨਿਰੰਕਾਰ ਨੂੰ ਮਿਲਣ ਵਾਸਤੇ, ਆਪਣੇ ਆਪੇ ਦੀ ਪਹਿਚਾਣ ਕਰਨ ਵਾਸਤੇ ਵੀ ਅਸੀਂ ਕੌਣ ਹਾਂ। ਤੇ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਭੁੱਲ ਗਏ ਹੋ ਵੀ ਤੁਸੀਂ ਕੌਣ ਹੋ, ਫਿਰ ਤੁਸੀਂ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਆਪਣੇ ਆਪੇ ਦੀ ਪਹਿਚਾਣ ਕਰ ਲਓ ਤੇ ਆਪਣੇ ਮੂਲ ਦੀ ਪਹਿਚਾਣ ਕਰ ਲਓ। ਮਹਾਰਾਜ ਫਰਮਾਉਂਦੇ ਨੇ ਔਧ ਘਟੇ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਸਾਡੀ ਜਿਹੜੀ ਔਧ ਰੋਜ਼ ਰੋਜ਼ ਸਮਾਂ ਸਾਡਾ ਬੀਤਦਾ ਜਾ ਰਿਹਾ ਤੇ ਜਿਹੜਾ ਕਾਲ ਹੈ ਉਹ ਘੇਰਾਬੰਦੀ ਤੰਗ ਕੀਤੀ ਜਾਂਦਾ ਰੋਜ਼ ਦੀ ਰੋਜ਼। ਉਹਨੂੰ ਪਤਾ ਹੈ ਵੀ ਇਹਨਾਂ ਕੋਲ ਸਮਾਂ ਸੀਮਤ ਹੈ ਤੇ ਇੱਕ ਦਿਨ ਖਤਮ ਹੋ ਜਾਣਾ। ਹੁਣ ਮਹਾਰਾਜ ਕਹਿੰਦੇ ਕੋਈ ਐਸੀ ਵਿਧੀ ਜੁਗਤੀ ਤਰੀਕਾ ਅਪਣਾਓ ਵੀ ਇਸ ਕਾਲ ਦੇ ਦਾਇਰੇ ਦੇ ਵਿੱਚੋਂ ਬਾਹਰ ਨਿਕਲ ਜਾਓ। ਜੇ ਹੁਣ ਅਸੀਂ ਇਹਦੇ ਵਿੱਚੋਂ ਬਾਹਰ ਨਾ ਨਿਕਲੇ ਤ੍ਰੈ ਗੁਣਾਂ ਦੇ ਕਾਲ ਦੇ ਦਾਇਰੇ ਦੇ ਵਿੱਚੋਂ, ਫਿਰ ਕਾਲ ਨੇ ਇੱਥੇ ਆ ਕੇ ਸਾਡੇ ਮਨ ਨੂੰ ਝਾਵਟ ਮਾਰ ਲੈਣੀ ਤੇ ਫਿਰ ਵਾਪਸ ਆਕਾਰਾਂ ਦੇ ਵਿੱਚ ਫਿਰ ਜੂਨਾਂ 'ਚ ਲੈ ਜਾਂਦੇ। ਇਸ ਲਈ ਮਹਾਰਾਜ ਫਰਮਾਉਂਦੇ ਦਿਨ ਤੇ ਪਹਿਰ ਤੇ ਘੜੀਆਂ, ਆਪ ਘਟੇ ਤਾਂ ਨਸ਼ੀਜੇ, ਕਾਲ ਹੇਰੀ ਫਿਰੇ ਬੰਦਕ ਜਿਉ ਕਹੋ ਕਬਨ ਵਿਦ ਕੀਜੇ। ਬਈ ਕਾਲ ਹੈ ਜਿਹੜਾ ਰੋਜ਼ ਦੀ ਰੋਜ਼ ਤੰਗ ਕੀਤੀ ਆਉਂਦਾ ਦਾਇਰਾ ਆਪਣਾ, ਤੇ ਹੁਣ ਕੋਈ ਐਸੀ ਵਿਧੀ ਤਰੀਕਾ ਅਪਣਾਓ ਇਹਦੇ ਦਾਇਰੇ 'ਚੋਂ ਬਾਹਰ ਨਿਕਲੋ। ਹੁਣ ਬਾਹਰ ਨਿਕਲਣ ਵਾਸਤੇ ਹੀ ਫਿਰ ਆਪਾਂ ਇਹ ਤਰੀਕਾ ਜੁਗਤੀ ਅਪਣਾਉਂਦੇ ਹਾਂ ਜੋ ਇਹ ਅਵਸ ਸੇਵਨ ਕਰਦੇ ਹਾਂ, ਤਾਂ ਕਿ ਅਭਿਆਸ ਕਰਕੇ ਸਾਡਾ ਮਨ ਇਹ ਕਾਲ ਦੇ ਦਾਇਰੇ ਵਿੱਚੋਂ ਬਾਹਰ ਨਿਕਲ ਜੇ। ਨਿਕਲੇਗਾ ਤਾਂ ਹੀ ਜੇ ਇਹਨੂੰ ਹੋਸ਼ ਹੋਏਗੀ, ਜੇ ਇਹਨੂੰ ਸੋਝੀ ਆਏਗੀ ਫੇਰ ਹੀ ਨਿਕਲੇਗੀ। ਜਾ ਕੇ ਇਹਨੂੰ ਸੋਝੀ ਨਹੀਂ, ਗਿਆਨ ਨਹੀਂ ਹੈ, ਉਹਨਾਂ ਸਮਾਂ ਇੱਥੋਂ ਨਿਕਲ ਨਹੀਂ ਸਕਦਾ, ਕਿਉਂਕਿ ਨਿਕਲਣ ਦਿੰਦੇ ਨਹੀਂ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹਦੇ ਵਾਸਤੇ ਸਾਨੂੰ ਗਿਆਨ ਵੀ ਹੋਣਾ ਜ਼ਰੂਰੀ ਹੈ ਤੇ ਨਾਲ ਨਾਲ ਸਾਨੂੰ ਸ਼ਬਦ ਦੀ ਕਮਾਈ ਸਿਮਰਨ ਵੀ ਜ਼ਰੂਰੀ ਹੈ। ਜਦੋਂ ਅਸੀਂ ਦੋਵੇਂ ਲੈ ਕੇ ਚੱਲਾਂਗੇ, ਗਿਆਨ ਵੀ, ਗੁਰੂ ਦੀ ਮੱਤ ਵੀ, ਤੇ ਨਾਲ ਨਾਲ ਸਿਮਰਨ ਵੀ ਕਰਾਂਗੇ, ਫਿਰ ਅਸੀਂ ਇਹਦੇ ਦਾਇਰੇ ਵਿੱਚੋਂ ਬਾਹਰ ਨਿਕਲ ਸਕਦੇ ਹਾਂ, ਫਿਰ ਅਸੀਂ ਉੱਪਰ ਉੱਠ ਸਕਦੇ ਹਾਂ।
ਹੁਣ ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਪਹਿਲਾਂ ਇਹ ਸਾਨੂੰ ਭੇਦਤਾ ਹੋਵੇ ਵੀ ਅਸੀਂ ਕਿੱਥੋਂ ਨਿਕਲਣਾ ਹੈ ਤੇ ਅਸੀਂ ਕਿੱਥੇ ਹਾਂ। ਜਦ ਤੱਕ ਹੁਣ ਅਸੀਂ ਸਤ ਸੰਗਤ ਨਹੀਂ ਕਰਦੇ ਉਹਨਾਂ ਸਮਾਂ ਪਹਿਲਾਂ ਤਾਂ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਹੈ ਕਿੱਥੇ। ਵੀ ਗੁਰੂ ਸਾਹਿਬ ਸਾਨੂੰ ਕਹਿ ਰਹੇ ਤੁਸੀਂ ਸੁੱਤੇ ਹੋ ਤੇ ਸਾਨੂੰ ਤਾਂ ਇਹੋ ਨਹੀਂ ਪਤਾ ਵੀ ਅਸੀਂ ਸੁੱਤੇ ਹਾਂ, ਅਸੀਂ ਤਾਂ ਸਮਝਦੇ ਹਾਂ ਵੀ ਅਸੀਂ ਜਾਗਦੇ। ਹੁਣ ਮਹਾਰਾਜ ਕਹਿੰਦੇ ਵੀ ਸਰੀਰ ਕਰਕੇ ਜਾਗਦੇ ਹੋਏ ਵੀ ਸਾਡੇ ਜਿਹੜੇ ਮਨ ਨੇ ਉਹ ਮਨ ਸੁੱਤੇ ਪਏ ਨੇ। ਜਦੋਂ ਆਪਾਂ ਪੁੱਛਦੇ ਵੀ ਕਿੰਨੇ ਕੁ ਸੁੱਤੇ ਨੇ ਕਿੰਨੇ ਕੁ ਜਾਗਦੇ ਨੇ, ਮਹਾਰਾਜ ਦੱਸਦੇ ਵੀ ਅਸੰਖਾਂ ਦੀ ਗਿਣਤੀ ਵਿੱਚ ਜਿਹੜੇ ਮਨ ਸੀ ਉਹ ਸਾਰੇ ਸੁੱਤੇ ਪਏ ਨੇ। ਮਹਾਰਾਜ ਫਰਮਾਉਂਦੇ ਸੁਤੜੇ ਅਸੰਖ ਮਾਇਆ ਝੂਠੀ ਕਰਨੇ ਨਾਨਕ ਸੇ ਜਗਨ ਜੋ ਰਸਨਾ ਨਾਮ ਉਚਾਰਨੇ। ਮਹਾਰਾਜ ਕਹਿੰਦੇ ਵੀ ਅਸੰਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਮਨ ਸੀ ਉਹ ਮਨ ਸੁੱਤੇ ਪਏ ਨੇ। ਕੋਈ ਵਿਰਲਾ ਵਿਰਲਾ ਮਹਾਰਾਜ ਕਹਿੰਦੇ ਇੱਕ ਅੱਧਾ ਵੀ ਜਿਹੜਾ ਜਾਗਦਾ, ਬਾਕੀ ਸਾਰੇ ਹੀ ਇਹ ਮਾਇਆ ਦੇ ਮੋਹ ਦੇ ਵਿੱਚ ਸੁੱਤੇ ਪਏ ਨੇ। ਮਹਾਰਾਜ ਕਹਿੰਦੇ ਏਕਸ ਦੋ ਚੌਕ ਆਗਣੀ ਸਭ ਏਕੇ ਸਾਧ ਮੁਠੀ ਏਕ ਆਦ ਨਾਏ ਰਸੜਾ ਕਾ ਵਿਰਲਾ ਜਾਈ ਪੁੱਠੀ। ਗੁਰੂ ਅਰਜਨ ਦੇਵ ਜੀ ਕਹਿੰਦੇ ਵੀ 1 2 ਜਾਂ 4 ਦੀ ਕੀ ਗੱਲ ਕਰੀਏ, ਵੀ ਇਹ ਤਾਂ ਸਾਰੇ ਹੀ ਸੁੱਤੇ ਪਏ, ਸਾਰੇ ਹੀ ਮਨ ਸੀ ਜਿਹੜੇ ਸਾਰੇ ਇੱਧਰ ਆ ਕੇ ਸੌਂ ਗਏ। ਬਈ ਕੋਈ ਇੱਕ ਅੱਧਾ ਜਿਹੜਾ ਨਾਮ ਦੇ ਨਾਲ ਰਤਿਆ, ਵੀ ਕੋਈ ਕਰੋੜਾਂ 'ਚੋਂ ਗੁਰਮੁਖ ਜਾਗਦਾ, ਬਾਕੀ ਸਾਰੇ ਜਿਹੜੇ ਮਨ ਸੀ ਉਹ ਮਨ ਸੁੱਤੇ ਪਏ। ਹੁਣ ਸੁੱਤੇ ਹੋਏ ਮਨ ਨੂੰ ਪਤਾ ਨਹੀਂ ਬਈ ਮੈਂ ਇਹ ਸੁਪਨਾ ਦੇਖ ਰਿਹਾ। ਹੁਣ ਇਹ ਸੁਪਨਾ ਹੀ ਫਿਰ ਇਹਨੂੰ ਸੱਚਾ ਲੱਗਦਾ, ਇਸ ਸੁਪਨੇ ਦੇ ਵਿੱਚ ਹੀ ਇਹਦੇ ਚੱਲਦਾ ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ। ਫਿਰ ਇਸ ਵਾਸਤੇ ਮਹਾਰਾਜ ਕਹਿੰਦੇ ਹੁਣ ਸੁਪਨਾ ਜਿਹੜਾ ਸਾਡਾ ਫਿਰ 2 ਤਰੀਕਿਆਂ ਦੇ ਨਾਲ ਟੁੱਟਦਾ ਹੈ। ਜਿਹੜਾ ਤਾਂ ਜੀਵ ਹੁਣ ਸਿਮਰਨ ਕਰਦਾ ਨਹੀਂ, ਸਤ ਸੰਗਤ ਕਰਦਾ ਨਹੀਂ, ਉਹਦਾ ਸੁਪਨਾ ਉਦੋਂ ਟੁੱਟਦਾ ਜਦੋਂ ਉਹਦਾ ਦਿੱਤਾ ਹੋਇਆ ਸਮਾਂ ਸਵਾਸਾਂ ਦਾ ਧਨ ਖਤਮ ਹੁੰਦਾ ਹੈ। ਫਿਰ ਜਮ ਆ ਕੇ ਉਹਨੂੰ ਜਗਾਉਂਦੇ ਨੇ। ਜਮਾਂ ਦਾ ਜਿਹੜਾ ਜਗਾਉਣ ਦਾ ਤਰੀਕਾ, ਫਿਰ ਉਹ ਆ ਕੇ ਸਿਰ ਦੇ ਵਿੱਚ ਡੰਡਾ ਮਾਰਦੇ ਤੇ ਫਿਰ ਸੁੱਤਾ ਹੋਇਆ ਮਨ ਜਾਗਦਾ। ਜਦੋਂ ਜਾਗਦਾ ਤੇ ਇੱਕਦਮ ਉੱਠਦਾ ਤੇ ਫਿਰ ਪੁੱਛਦਾ ਵੀ ਮੈਂ ਕਿੱਥੇ ਹਾਂ। ਇਹੋ ਜਮ ਦੱਸਦੇ ਵੀ ਹੁਣ ਤੂੰ ਸਾਡੇ ਕੋਲ ਹੈ, ਤੇਰਾ ਦਿੱਤਾ ਹੋਇਆ ਸਮਾਂ ਸੀ ਜਿਹੜਾ ਖਤਮ ਹੋ ਗਿਆ। ਫਿਰ ਉਦੋਂ ਇਹਨੂੰ ਪਤਾ ਲੱਗਦਾ ਵੀ ਇਹ ਤਾਂ ਮੈਂ ਸੁਪਨਾ ਦੇਖ ਰਿਹਾ ਸੀ। ਸੁਪਨੇ ਦੇ ਵਿੱਚ ਹੀ ਜਿਹੜੇ ਸੰਗੀ ਸਾਥੀ ਬਣੇ ਹੋਏ ਸੀ ਉਹ ਜਦੋਂ ਅੱਖ ਖੁੱਲੀ ਸੁਪਨਾ ਟੁੱਟ ਗਿਆ। ਮਹਾਰਾਜ ਕਹਿੰਦੇ ਉਦੋਂ ਜਾਗਦਾ। ਜਮ ਕੋ ਡੰਡ ਪੜਿਓ ਸਿਰ ਉੱਪਰ ਤਬ ਸੋਵਤ ਜਾਗਿਓ ਕਹਾਂ ਹੋਤ ਅਬ ਕੇ ਪਛਤਾਏ ਛੂਟਤ ਨਹੀਂ ਭਾਗਿਓ। ਉਦੋਂ ਪਛਤਾਉਂਦਾ ਤੇ ਉਦੋਂ ਭੱਜ ਨਹੀਂ ਸਕਦਾ, ਉਦੋਂ ਜਮ ਛੱਡਦਾ ਹੀ ਨਹੀਂ ਫਿਰ ਇਹਨੂੰ। ਫਿਰ ਉਦੋਂ ਕਹਿੰਦਾ ਵੀ ਇਹ ਜਿਹੜਾ ਜਾਗਤ ਵੀ ਇਹ ਸੁਪਨਾ ਸੀ, ਮੈਂ ਸੁਪਨਾ ਦੇਖ ਰਿਹਾ ਸੀ। ਮਹਾਰਾਜ ਕਹਿੰਦੇ ਜਗ ਸੁਪਨਾ ਬਾਜੀ ਬਣੀ। ਵੀ ਉਦੋਂ ਪਤਾ ਲੱਗਿਆ ਵੀ ਇਹ ਤਾਂ ਸੁਪਨਾ ਸੀ, ਸੁਪਨੇ ਦੇ ਵਿੱਚ ਚੱਲ ਰਿਹਾ ਸੀ। ਉਦੋਂ ਜਦੋਂ ਜਾਗਿਆ ਤੇ ਉਦੋਂ ਜਾਗਣ ਦਾ ਕੋਈ ਲਾਹਾ ਨਹੀਂ, ਕਿਉਂਕਿ ਆਪਦੇ ਆਪ ਤਾਂ ਜਾਗਿਆ ਨਹੀਂ, ਜਮਾ ਨਹੀਂ ਜਗਾਏ। ਫਿਰ ਉਦੋਂ ਪਛਤਾਵਾ ਹੁੰਦਾ ਵੀ ਇੰਨਾ ਕੀਮਤੀ ਜੀਵਨ ਮਿਲਿਆ ਵਡਮੁੱਲਾ, ਤੇ ਸੁਤਿਆਂ ਹੀ ਜਿਹੜਾ ਸਮਾਂ ਸੀ ਉਹ ਸਮਾਂ ਸਾਰਾ ਲੰਘਾ ਦਿੱਤਾ। ਸੁਤਿਆਂ ਦੀ ਹੀ ਰਹਿਣ ਸੀ ਜਿਹੜੀ ਜੀਵਨ, ਉਹ ਸੁਤਾਂ ਦੀ ਰਾਤ ਬੀਤ ਗਈ। ਫਿਰ ਉਦੋਂ ਪਛਤਾਉਂਦਾ ਤੇ ਪਛਤਾਵੇ ਦੇ ਵਿੱਚ ਫਿਰ ਉਦੋਂ ਵਿਰਾਗ ਕਰਦਾ, ਉਦੋਂ ਰੋਂਦਾ ਤੇ ਉਦੋਂ ਫਿਰ ਕਹਿੰਦਾ ਬਈ ਜਿਨ੍ਹਾਂ ਦੀ ਖਾਤਰ
ਸੰਸਾਰ ਦੇ ਵਿੱਚ ਮੈਂ ਕਰਮ ਕਰਦਾ ਰਿਹਾ, ਜਿਨ੍ਹਾਂ ਨੂੰ ਆਪਦਾ ਪਰਿਵਾਰ ਸਮਝਦਾ ਰਿਹਾ, ਕੁਟੁੰਬ, ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਅੱਗੇ ਮੇਰਾ ਸਾਥ ਦਿੱਤਾ, ਕਿਉਂਕਿ ਸੁਪਨੇ ਦੇ ਵਿੱਚ ਹੀ ਸਾਰੇ ਬਣੇ ਹੋਏ ਸੀ। ਜਦੋਂ ਆ ਕੇ ਖੁੱਲ੍ਹੀ ਅਤੇ ਉਹ ਸੁਪਨਾ ਸੀ ਜਿਹੜਾ ਟੁੱਟ ਗਿਆ, ਅਤੇ ਉਹ ਅੱਗੇ ਸੰਗੀ ਸਾਥੀ ਬਣਦਾ ਨਹੀਂ ਕੋਈ ਵੀ। ਇਸ ਲਈ ਫਿਰ ਮਹਾਰਾਜ ਕਹਿੰਦੇ, ਕਬੀਰ ਹਰ ਕਾ ਸਿਮਰਨ ਛੱਡ ਕੇ ਪਾਲਿਓ ਬਹੁਤ ਕੁਟੁੰਬ, ਧੰਦਾ ਕਰਦਾ ਰਹਿ ਗਿਆ ਭਾਈ ਰਿਹਾ ਨਾ ਬੰਦ। ਬਈ ਇੱਧਰ ਸਾਰੀ ਉਮਰ ਧੰਦਾ ਹੀ ਕਰਦਾ ਰਿਹਾ, ਜਿਨ੍ਹਾਂ ਦੀ ਖਾਤਰ ਕਰਦਾ ਰਿਹਾ, ਉਹ ਸੁਪਨਾ ਸੀ ਅਤੇ ਉਹ ਸੁਪਨਾ ਟੁੱਟ ਗਿਆ। ਫਿਰ ਉਦੋਂ ਕਹਿੰਦਾ ਵੀ ਇਹਦੇ ਵਿੱਚ ਦੋਸ਼ ਕਿਸੇ ਹੋਰ ਦਾ ਨਹੀਂ, ਮੇਰਾ ਆਪਦਾ ਹੀ ਹੈ, ਕਿਉਂਕਿ ਮੈਂ ਗੁਰੂ ਦੀ ਗੱਲ ਨਹੀਂ ਮੰਨੀ, ਸੰਗਤ ਨਹੀਂ ਕੀਤੀ, ਅਤੇ ਜਿਨ੍ਹਾਂ ਦੇ ਨਾਲ ਜੁੜਿਆ ਰਿਹਾ ਉਹਨਾਂ ਦੁਨੀਆ ਦੀ ਖਾਤਰ, ਲੋਕਾਂ ਦੀ ਖਾਤਰ ਮੈਂ ਆਪਦਾ ਦੀਨ ਗਵਾ ਲਿਆ ਅਤੇ ਆਪਦੇ ਪੈਰਾਂ ਦੇ ਉੱਤੇ ਆਪ ਹੀ ਕੁਹਾੜਾ ਮਾਰਿਆ। ਮਹਾਰਾਜ ਕਹਿੰਦੇ, ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਸ। ਵੀ ਇੱਧਰ ਗਾਫਲ ਹੋ ਕੇ ਸੁੱਤਾ ਰਿਹਾ ਅਤੇ ਕਿਸੇ ਹੋਰ ਦਾ ਤਾਂ ਦੋਸ਼ ਨਹੀਂ, ਆਪਦੇ ਪੈਰੀਂ ਆਪ ਹੀ ਕੁਹਾੜਾ ਮਾਰਿਆ, ਕਿਸੇ ਹੋਰ ਨੇ ਨਹੀਂ। ਇਸ ਵਾਸਤੇ ਫਿਰ ਦੋਸ਼ ਹੈ ਜਿਹੜਾ ਕਿਸੇ ਹੋਰ ਦਾ ਨਹੀਂ ਉਦੋਂ ਮੰਨਿਆ ਜਾਂਦਾ, ਸਾਡੇ ਮਨ ਦਾ ਹੀ ਮੰਨਿਆ ਜਾਂਦਾ, ਕਿਉਂਕਿ ਸਾਨੂੰ ਪਹਿਲਾਂ ਹੀ ਸਤਿਗੁਰੂ ਸਮਝਾਉਂਦੇ ਨੇ ਬਈ ਇਹ ਸੰਸਾਰ ਦੇ ਵਿੱਚ ਅਸੀਂ ਇਕੱਲੇ ਆਏ ਹਾਂ ਅਤੇ ਇਕੱਲਿਆਂ ਨਹੀਂ ਇੱਥੋਂ ਵਾਪਸ ਜਾਣਾ। ਸਾਡੇ ਮਨ ਦਾ ਇਹ ਸੰਸਾਰ ਦੇ ਵਿੱਚ ਕੋਈ ਸੰਗੀ ਸਾਥੀ ਹੈ ਨਹੀਂ, ਮਾਲਕ ਤੋਂ ਬਿਨਾਂ, ਨਾਮ ਤੋਂ ਬਿਨਾਂ। ਮਹਾਰਾਜ ਫਰਮਾਉਂਦੇ ਹੈ, ਮਨ ਤੇਰਾ ਕੋ ਨਹੀਂ, ਕਰ ਵੇਖ ਸ਼ਬਦ ਵਿਚਾਰ। ਮਨ ਨੂੰ ਕਹਿੰਦੇ ਵੀ ਤੇਰਾ ਇੱਥੇ ਹੈ ਕੋਈ ਨਹੀਂ, ਤੂੰ ਇਕੱਲਾ ਆਇਆ ਅਤੇ ਇਕੱਲੇ ਨਹੀਂ ਵਾਪਸ ਜਾਣਾ। ਤਾਂਹੀਓ ਮਹਾਰਾਜ ਕਹਿੰਦੇ, ਕਹਿਤ ਕਬੀਰ ਕੋਈ ਨਹੀਂ ਤੇਰਾ, ਤੇਰਾ ਕੋਈ ਨਹੀਂ। ਇਸੇ ਖੇਲ ਹੈ ਜਿਹੜਾ ਆਪੋ ਆਪਣਾ, ਇਕੱਲੇ ਅਸੀਂ ਆਏ ਹਾਂ ਅਤੇ ਇਕੱਲਿਆਂ ਨਹੀਂ ਇੱਥੋਂ ਵਾਪਸ ਜਾਣਾ। ਅਤੇ ਇੱਥੇ ਸਿਰਫ ਇਹ ਸੰਜੋਗ, ਪਿਛਲੇ ਜਨਮਾਂ ਦਾ, ਪੂਰਬਲੇ ਜਨਮਾਂ ਦੇ ਅਸੀਂ ਸੰਜੋਗੀ ਇਕੱਠੇ ਹੋਏ ਹਾਂ, ਅਤੇ ਸੰਜੋਗ ਵੀ ਵਿਚਾਰਾਂ ਦਾ, ਫੁਰਨਿਆਂ ਦਾ। ਇਹ ਸੰਸਾਰ ਦੇ ਵਿੱਚ ਸਾਡੇ ਜਿੰਨੇ ਵੀ ਰਿਸ਼ਤੇ ਨਾਤੇ, ਇਹ ਸਾਰੇ ਸਾਡੇ ਵਿਚਾਰਾਂ ਦੇ ਨੇ, ਜਿਹਦੇ ਨਾਲ ਤਾਂ ਸਾਡੇ ਵਿਚਾਰ ਮਿਲਦੇ, ਉਹਦੇ ਨਾਲ ਅਸੀਂ ਕਹਿੰਦੇ ਹਾਂ ਵੀ ਸਾਡਾ ਰਿਸ਼ਤਾ ਹੈ, ਸਾਡਾ ਪਿਆਰ ਹੈ। ਜਿਹਦੇ ਨਾਲ ਵਿਚਾਰ ਨਹੀਂ ਮਿਲਦੇ, ਉਹਦੇ ਨਾਲ ਫਿਰ ਆਪਣਾ ਵਿਚਾਰਾਂ ਦਾ ਟਕਰਾਅ ਹੋ ਜਾਂਦਾ ਹੈ ਅਤੇ ਸਾਡੇ ਮਨ ਦੇ ਵਿੱਚ ਦੁਵਿਧਾ, ਈਰਖਾ, ਵੈਰ ਵਿਰੋਧ, ਨਫ਼ਰਤ ਆ ਜਾਂਦੀ ਹੈ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਸਾਰੇ ਰਿਸ਼ਤੇ ਸਾਡੇ ਵਿਚਾਰਾਂ ਦੇ ਨੇ, ਫੁਰਨਿਆਂ ਦੀ। ਅਤੇ ਤਾਂਹੀਓ ਫਿਰ ਆਪਾਂ ਨੂੰ ਦੱਸਦੇ ਵੀ ਇਹ ਅਸਲ ਸੰਯੋਗ ਨਹੀਂ ਹੈ, ਪਿਛਲੇ ਜਨਮਾਂ ਦਾ ਸੰਯੋਗ ਜ਼ਰੂਰ ਹੈ, ਪਰ ਆਖੀਏ ਵੀ ਇਹਦੇ ਵਿੱਚੋਂ ਸਾਡਾ ਅੱਗੇ ਕੋਈ ਸਾਥ ਦੇਵੇਗਾ, ਸਾਥ ਸਾਡਾ ਕਿਸੇ ਨੇ ਦੇਣਾ ਨਹੀਂ ਹੈ। ਇਹ ਸਿਰਫ ਓਨਾ ਸਮਾਂ ਹੀ ਸੰਯੋਗ ਹੈ ਜਿੰਨਾ ਸਮਾਂ ਸਾਡੇ ਕੋਲ ਸਵਾਸਾਂ ਦਾ ਧਨ ਹੈ। ਤਾਂਹੀਓ ਮਹਾਰਾਜ ਸਮਝਾਉਂਦੇ, ਕਹਿੰਦੇ ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੇ ਸੰਗ ਨ ਹੋਈ। ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ, ਜਬ ਹੀ ਨਿਰਧਨ ਦੇਖਿਓ ਨਰਕੋ, ਸੰਗ ਛੱਡ ਸਭ ਭਾਗੇ। ਬਈ ਜਦੋਂ ਦੇਖਦੇ ਨਿਰਧਨ ਹੋ ਗਿਆ, ਬਈ ਸਵਾਸਾਂ ਦਾ ਧਨ ਖਤਮ ਹੋ ਗਿਆ, ਸਾਹ ਰੁਕ ਗਈ, ਮਰ ਗਿਆ, ਉਦੋਂ ਸਾਰੇ ਪਾਸੇ ਹਟ ਜਾਂਦੇ ਵੀ ਹੁਣ ਆਪਣਾ ਕੁਝ ਨਹੀਂ ਲੱਗਦਾ। ਵੀ ਜਦ ਤੱਕ ਦਾ ਸਾਹ ਚੱਲਦੇ ਸੀ ਆਪਣਾ ਲੱਗਦਾ ਸੀ ਹੁਣ ਭਰੋਸਾ ਕੋਈ ਨਹੀਂ, ਉਹ ਮਰੇ ਪਏ ਤੋਂ ਡਰੀ ਜਾਂਦੇ।
ਤੇ ਫਿਰ ਕਹਿਣਗੇ ਵੀ ਛੇਤੀ ਸੰਸਕਾਰ ਕਰੋ, ਵੀ ਤਾਂ ਕਿ ਜ਼ਿਆਦਾ ਸਮਾਂ ਘਰ ਦੇ ਵਿੱਚ ਰੱਖਣਾ ਚੰਗਾ ਨਹੀਂ, ਰਾਤ ਨੂੰ ਨਾ ਰੱਖੋ ਇਹਨੂੰ, ਜਿੰਨਾ ਛੇਤੀ ਹੋ ਸਕਦਾ ਲੈ ਚੱਲੋ। ਇਸ ਵਾਸਤੇ ਫਿਰ ਮਹਾਰਾਜ ਸਾਨੂੰ ਉਦਾਹਰਨ ਦੇ ਕੇ ਸਮਝਾਉਂਦੇ ਵੀ ਜਿਵੇਂ ਇੱਕ ਮਿੱਟੀ ਦਾ ਦੀਵਾ ਹੁੰਦਾ, ਬਈ ਉਹਦੀ ਕਦਰ ਓਨਾ ਸਮਾਂ ਹੀ ਜਿੰਨਾ ਸਮਾਂ ਉਹਦੇ ਵਿੱਚ ਤੇਲ ਅਤੇ ਬੱਤੀ ਉਹ ਚਾਨਣ ਕਰਦਾ। ਜਦੋਂ ਤੇਲ ਮੁੱਕ ਜਾਂਦਾ, ਬੱਤੀ ਸੜ ਜਾਂਦੀ, ਤੇ ਉਹ ਮਿੱਟੀ ਦੇ ਦੀਵੇ ਨੂੰ ਕੋਈ ਰੱਖਦਾ ਨਹੀਂ, ਘਰੇ ਚੱਕ ਕੇ ਬਾਹਰ ਸੁੱਟ ਦਿੰਦੇ। ਇਸੇ ਤਰ੍ਹਾਂ ਹੀ ਇਹ ਜਿਹੜਾ ਸਾਡਾ ਸਰੀਰ ਮਿੱਟੀ ਦੇ ਦੀਵੇ ਨਿਆਈ, ਇਹਦੇ ਵਿੱਚ ਜਿਹੜੇ ਸਵਾਸ ਨੇ ਤੇਲ ਹੈ ਤੇ ਨਾਮ ਰੂਪੀ ਬੱਤੀ ਹੈ। ਇਹਦੇ 'ਚ ਜਿੰਨਾ ਸਮਾਂ ਸਵਾਸਾਂ ਦਾ ਤੇਲ ਹੈ, ਨਾਮ ਹੈ, ਚੱਲਦਾ ਫਿਰਦਾ ਹੈ, ਕੰਮ ਕਰਦੇ, ਜਦੋਂ ਸਵਾਸ ਰੁਕ ਗਏ, ਤੇਲ ਖਤਮ ਹੋ ਗਿਆ, ਬੱਤੀ ਨਿਕਲ ਗਈ ਵਿੱਚੋਂ, ਤੇ ਫਿਰ ਇਹ ਮਿੱਟੀ ਦਾ ਮਿੱਟੀ। ਇਸ ਲਈ ਫਿਰ ਮਹਾਰਾਜ ਕਹਿੰਦੇ ਵੀ ਤੁਹਾਨੂੰ ਕਿਸੇ ਨੇ ਇੱਕ ਘੜੀ ਵੀ ਜ਼ਿਆਦਾ ਨਹੀਂ ਰੱਖਣਾ ਹੈ। ਮਹਾਰਾਜ ਕਹਿੰਦੇ ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੇ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ, ਸੁਨਾ ਮੰਦਰ ਹੋਈ, ਰੇ ਬੌਰੇ ਤੋਹਿ ਘਰੀ ਨ ਰਾਖੇ ਹੋਈ, ਤੂੰ ਰਾਮ ਨਾਮ ਜਪ ਸੋਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਹੁਣ ਇਹਦੇ ਵਿੱਚ ਰਹਿੰਦੇ ਰਹਿੰਦੇ ਤੂੰ ਕਿਉਂ ਨਹੀਂ ਰਾਮ ਨੂੰ ਜਪਦਾ, ਕਿਉਂ ਨਹੀਂ ਤੂੰ ਸਿਮਰਨ ਕਰਦਾ ਹੈ? ਵੀ ਜਿਨ੍ਹਾਂ ਦੇ ਨਾਲ ਤੂੰ ਜੁੜਿਆ ਇਹ ਸਿਰਫ ਤੇਰੇ ਪਿਛਲੇ ਸੰਜੋਗੀ, ਇਹਨਾਂ 'ਚੋਂ ਤੇਰਾ ਸਾਥ ਅੱਗੇ ਕਿਸੇ ਨੇ ਨਹੀਂ ਦੇਣਾ। ਤੇ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਦੋਂ ਫਿਰ ਦੇਹ ਛੱਡਦੇ ਹਾਂ, ਸਮਝਾ ਤਾਂ ਮਹਾਰਾਜ ਪਹਿਲਾਂ ਹੀ ਰਹੇ ਵੀ ਤੁਸੀਂ ਇਕੱਲੇ ਆਏ ਹੋ ਤੇ ਇਕੱਲਿਆਂ ਨੇ ਵਾਪਸ ਜਾਣਾ, ਪਰ ਅਸੀਂ ਫਿਰ ਨਹੀਂ ਸਮਝਦੇ। ਫਿਰ ਅਸੀਂ ਆਸਾਂ ਲਾ ਕੇ ਰੱਖਦੇ ਹਾਂ ਹੋਰਾਂ 'ਤੇ ਵੀ ਇਹਨਾਂ ਤੋਂ ਸਾਨੂੰ ਸੁੱਖ ਮਿਲੇਗਾ, ਇਹਨਾਂ ਦੀ ਖਾਤਰ ਅਸੀਂ ਕਰਮ ਕਰੀਏ ਜ਼ਿਆਦਾ ਤੋਂ ਜ਼ਿਆਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਧੰਦਾ ਕਰਦਾ ਰਹਿੰਦਾ ਜੀਵ ਸਾਰੀ ਉਮਰ ਪਰਮਾਤਮਾ ਦਾ ਸਿਮਰਨ ਛੱਡ ਕੇ, ਤੇ ਫਿਰ ਪਤਾ ਲੱਗਦਾ ਵੀ ਕਿਸੇ ਹੋਰ ਦਾ ਦੋਸ਼ ਨਹੀਂ, ਦੋਸ਼ ਮੇਰਾ ਹੀ ਸੀ ਵੀ ਮੈਂ ਗੁਰੂ ਦੀ ਗੱਲ ਨਹੀਂ ਮੰਨੀ, ਵੀ ਮੈਂ ਸੰਗਤ ਨਹੀਂ ਕੀਤੀ। ਇਸ ਕਰਕੇ ਫਿਰ ਕਹਿੰਦੇ ਵੀ ਹੋਰ ਕਿਸੇ ਦਾ ਦੋਸ਼ ਨਹੀਂ, ਦੋਸ਼ ਮੰਨਦਾ ਹੀ ਮੰਨਿਆ ਜਾਂਦਾ। ਤਾਈਓ ਮਹਾਰਾਜ ਫਰਮਾਉਂਦੇ ਦੱਦਾ ਦੋਸ਼ ਨ ਦੇਵੋ ਕਿਸੇ, ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੇ ਅਵਰ ਚੰਨਾ। ਵੀ ਹੋਰ ਦਾ ਕਿਸੇ ਦਾ ਦੋਸ਼ ਹੈ ਹੀ ਨਹੀਂ, ਨਾ ਹੀ ਅਸੀਂ ਕਿਸੇ ਨੂੰ ਦੇ ਸਕਦੇ ਹਾਂ ਵੀ ਇਹਨਾਂ ਨੇ ਸਾਨੂੰ ਸਿਮਰਨ ਨਹੀਂ ਕਰਨ ਦਿੱਤਾ। ਮਹਾਰਾਜ ਕਹਿੰਦੇ ਤੁਸੀਂ ਆਪ ਕਰਨਾ ਸੀ। ਤੇ ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਇਹ ਆਪੋ ਆਪਣਾ ਹੈ, ਸਾਡਾ ਸਾਰਿਆਂ ਦਾ ਇਹ ਆਪੋ ਆਪਣਾ ਖੇਲ ਹੈ। ਬੇਸ਼ੱਕ ਸੰਜੋਗੀ ਆ ਪਿਛਲੇ ਜਨਮਾਂ ਦੇ, ਪਰ ਹੈ ਸਭ ਦਾ ਆਪੋ ਆਪਣਾ ਹੈ। ਤਾਈਓ ਫਿਰ ਆਪਾਂ ਨੂੰ ਕਹਿੰਦੇ ਵੀ ਇਕੱਲੇ ਆਏ ਹਾਂ ਤੇ ਇਕੱਲਿਆਂ ਨੇ ਵਾਪਸ ਜਾਣਾ, ਨਾਲ ਅੱਗੇ ਕਿਸੇ ਨੇ ਸਾਡਾ ਸੰਗੀ ਸਾਥੀ ਬਣਨਾ ਨਹੀਂ ਹੈ। ਅੰਤ ਸਮੇਂ ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੁੰਦਾ ਹੈ, ਪਰਮਾਤਮਾ ਤੋਂ ਬਿਨਾਂ ਹੋਰ ਸਾਡਾ ਕੋਈ ਸੰਗੀ ਸਾਥੀ ਬਣਦਾ ਨਹੀਂ ਹੈ। ਤਾਈਓ ਮਹਾਰਾਜ ਕਹਿੰਦੇ ਅੰਤ ਬਾਰ ਨਾਨਕ ਬਿਨ ਹਰਿ ਜੀ, ਉਹ ਗਾਮ ਨਾ ਆਇਓ। ਬਈ ਹੋਰ ਤਾਂ ਕੋਈ ਅੱਗੇ ਕੰਮ ਆਇਆ ਹੀ ਨਾ, ਕਿਉਂਕਿ ਕੋਈ ਅੱਗੇ ਨਾਲ ਜਾਂਦਾ ਹੀ ਨਹੀਂ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਿਹਨੇ ਸਾਡੀ ਅੱਗੇ ਬਾਂਹ ਫੜਨੀ, ਜਿਹਨੇ ਸਾਡਾ ਸੰਗੀ ਬਣਨਾ, ਬਈ ਉਹਦੇ ਸਨਮੁਖ ਹੋਵੋ, ਉਹ ਤੋਂ ਬੇਮੁਖ ਨਾ। ਹੁਣ ਇੱਧਰ ਇਹ ਖੇਲ ਹੈ ਕਾਲ ਦਾ, ਪੰਜਾਂ ਦੂਤਾਂ ਦਾ, ਇਹਨਾਂ ਨੇ ਸਾਨੂੰ ਮਾਲਕ ਤੋਂ ਬੇਮੁਖ ਕਰੀ ਰੱਖਣਾ। ਇਹਨਾਂ ਨੇ ਸਾਨੂੰ ਮਾਲਕ ਦੀ ਯਾਦ ਆਉਣ ਨਹੀਂ ਦੇਣੀ। ਇਹ ਖੇਲ ਹੈ ਬਈ ਇਹਨਾਂ ਨੇ ਸਾਨੂੰ ਭਰਮ 'ਚ ਪਾਉਣਾ, ਇਹਨਾਂ ਨੇ ਸਾਨੂੰ ਮਾਇਆ ਦੇ ਨਾਲ ਜੋੜਨਾ। ਸੋ ਆਪਾਂ ਨੂੰ ਮਹਾਰਾਜ ਕਹਿੰਦੇ ਵੀ ਤੁਸੀਂ ਫਿਰ ਮਾਲਕ ਦੇ ਨਾਲ ਜੁੜੋ, ਇੱਕ ਦੇ ਨਾਲ ਜੁੜੋ। ਬਈ ਇਹ ਜਿਹੜੀ ਮਾਇਆ ਝੂਠੀ ਹੈ, ਇਹਨੇ ਸਾਥ ਨਹੀਂ ਦੇਣਾ। ਬਾਬਾ ਮਾਇਆ ਸਾਥ ਨਾ ਹੋਈ, ਵੀ ਇਹਦਾ ਸਾਥ ਜਾਂਦੀ ਨਹੀਂ, ਇਹ ਤਾਂ ਇੱਥੇ ਹੀ ਰਹਿ ਜਾਂਦੀ। ਇਹ ਸਰੀਰ ਵੀ ਇੱਥੇ ਰਹਿ ਜਾਂਦਾ, ਬਾਕੀ ਸਾਰਾ ਕੁਝ ਇੱਥੇ ਹੀ ਰਹਿ ਜਾਣਾ।
ਅੱਗੇ ਮਰਨੇ ਜਾਣਾ ਹੈ ਤੇ ਮਨ ਦਾ ਨਾਲ ਜਿਹੜਾ ਕਰਮ ਹੈ ਉਹ ਕਰਮ ਜਾਣਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿੱਥੇ ਫਿਰ ਸਾਡੇ ਮਨ ਤੋਂ ਹਿਸਾਬ ਲਿਆ ਜਾਂਦਾ, ਨਾ ਤਾਂ ਉੱਥੇ ਦੇਹੀ ਜਾਂਦੀ ਤੇ ਨਾ ਹੀ ਉੱਥੇ ਕਿਸੇ ਤੋਂ ਇਹ ਜਾਤ ਪੁੱਛੀ ਜਾਂਦੀ ਵੀ ਜਿਹੜਾ ਸੰਸਾਰ ਦੇ ਵਿੱਚ ਹੁਣ ਜੀਵ ਜਾਤਾਂ ਬਣਾਈਆਂ ਵੀ ਮੇਰੀ ਉੱਚੀ ਜਾਤ ਹੈ, ਇਹਦੀ ਨੀਵੀਂ ਜਾਤ ਹੈ। ਮਹਾਰਾਜ ਕਹਿੰਦੇ ਦੇਹੀ ਜਾਤ ਨਾ ਅੱਗੇ ਜਾਈ, ਜਿੱਥੇ ਲੇਖਾ ਮੰਗੀਏ ਤਿੱਥੇ ਸੁੱਟੇ ਸੱਚ ਕਮਾਈ। ਬਈ ਉੱਥੇ ਤਾਂ ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ, ਸੱਚ ਕੀ ਮਾਲਕ। ਇੱਕ ਤਾਂ ਇਹ ਨਾ ਕਈ ਸੰਸਾਰ 'ਚ ਕਹਿੰਦੇ ਵੀ ਸੱਚੀ ਸੁੱਚੀ ਕਮਾਈ ਕਰੋ ਜੀ, ਬਈ ਅਸੀਂ ਦਰਗਾਹ 'ਚ ਸੁੱਟ ਜਾਂਗੇ, ਸਾਡੀ ਖਲਾਸੀ ਹੋ ਜਾਏਗੀ। ਸੱਚ ਕਮਾਈ ਕਹਿੰਦੇ ਸੱਚ ਪਰਮਾਤਮਾ ਨੂੰ, ਜਿਹੜੇ ਪਰਮਾਤਮਾ ਨੂੰ ਮਿਲੇ, ਜਿਨ੍ਹਾਂ ਨੇ ਪਰਮਾਤਮਾ ਦੀ ਬੰਦਗੀ ਕੀਤੀ, ਉਹਨਾਂ ਨੇ ਸੱਚ ਦੀ ਕਮਾਈ ਕੀਤੀ। ਤੇ ਮਹਾਰਾਜ ਕਹਿੰਦੇ ਵੀ ਉਹਨਾਂ ਨੂੰ ਫਿਰ ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ, ਉਹਨਾਂ ਦੀ ਖਲਾਸੀ ਹੁੰਦੀ, ਉਹ ਛੁੱਟਦੇ ਨੇ। ਇੱਧਰ ਦਾ ਜੋ ਵੀ ਅਸੀਂ ਕੀਤਾ ਸਾਰਾ ਕੁਛ ਇੱਧਰ ਹੀ ਰਹਿ ਗਿਆ, ਸਰੀਰ ਵੀ ਇੱਧਰ ਹੀ ਰਹਿ ਗਿਆ, ਇਹਦੇ ਨਾਲ ਜਿਹੜਾ ਇਕੱਠਾ ਕੀਤਾ ਸੀ ਉਹ ਵੀ ਸਾਰਾ ਕੁਛ ਹੀ ਇੱਧਰ ਰਹਿ ਗਿਆ। ਜਿਵੇਂ ਹੁਣ ਇਹ ਤਾਂ ਰੋਜ਼ ਦਾ ਖੇਲ, ਸਵੇਰੇ ਆਪਾਂ ਆਉਂਦੇ ਹਾਂ, ਰਾਤ ਨੂੰ ਹੁਣ ਆਪਾਂ ਆਪਦੇ ਦੇਸ਼ ਨੂੰ ਵਾਪਸ ਜਾਣਾ। ਜਦੋਂ ਹੁਣ ਆਪਾਂ ਆਪਦੇ ਦੇਸ਼ ਨੂੰ ਵਾਪਸ ਜਾਣਾ, ਇੱਥੋਂ ਆਪਾਂ ਕੁਝ ਨਾਲ ਨਹੀਂ ਲੈ ਜਾ ਸਕਦੇ। ਇੱਕ ਸੂਈ ਤੱਕ ਵੀ ਆਪਾਂ ਇੱਥੋਂ ਨਾਲ ਨਹੀਂ ਲਿਜਾ ਸਕਦੇ। ਆਪਾਂ ਖਾਲੀ ਖਲਾ 'ਚ ਵੱਸਦੇ ਹਾਂ। ਰਾਤ ਨੂੰ ਜਦੋਂ ਆਪਾਂ ਇਹ ਦੇਹ ਨੂੰ ਛੱਡਦੇ ਹਾਂ, ਇਹ ਧਰਤੀ ਆ, ਇਹ ਧਰਤੀ ਨੂੰ ਛੱਡ ਕੇ ਇੱਥੇ ਆਕਾਸ਼ ਲੋਕ, ਇੱਥੇ ਖਾਲੀ ਖਲਾ ਦੇ ਵਿੱਚ ਸਾਡਾ ਮਨ ਚੱਲਦਾ। ਹੁਣ ਇਸੇ ਖਾਲੀ ਖਲਾ ਦੇ ਵਿੱਚ ਆਪਾਂ ਕੋਈ ਚੀਜ਼ ਦ੍ਰਿਸ਼ਟ ਮਨ ਰੱਖ ਨਹੀਂ ਸਕਦੇ। ਕੋਈ ਵੀ ਚੀਜ਼ ਆਪਾਂ ਇੱਥੇ ਰੱਖਾਂਗੇ ਉਹ ਥੱਲੇ ਡਿੱਗ ਪਏਗੀ। ਸੋ ਇਸ ਕਰਕੇ ਫਿਰ ਇੱਥੋਂ ਆਪਾਂ ਕੋਈ ਵੀ ਵਸਤੂ, ਕੋਈ ਵੀ ਚੀਜ਼ ਹੈ ਜਿਹੜੀ ਇੱਥੋਂ ਨਾਲ ਲਿਜਾ ਨਹੀਂ ਸਕਦੀ। ਸਿਰਫ ਨਾਮ ਹੀ ਹੈ ਜਿਹੜਾ ਅਸੀਂ ਕਮਾਈ ਇੱਥੇ ਕੀਤੀ, ਸਵਾਸਾਂ ਦਾ ਧਨ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰਾਇਆ। ਉਹ ਸਾਡੀ ਕੀਤੀ ਹੋਈ ਕਿਰਤ, ਉਹ ਸਾਡਾ ਕੀਤਾ ਹੋਇਆ ਕਰਮ, ਉਹਦਾ ਫਿਰ ਫੈਸਲਾ ਹੁੰਦਾ ਦਰਗਾਹ ਦੇ ਵਿੱਚ, ਤੇ ਉੱਥੇ ਗਿਆ ਨੂੰ ਸਾਨੂੰ ਫਲ ਮਿਲਦਾ ਸੱਚੇ ਦਰਬਾਰ ਦੇ ਵਿੱਚ। ਜਿਸ ਨੂੰ ਮਹਾਰਾਜ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਇਹ ਸੱਚੇ ਦਰਬਾਰ ਦੇ ਵਿੱਚ ਫਿਰ ਸਾਡਾ ਕਿਰਤ ਦਾ ਫੈਸਲਾ ਹੁੰਦਾ, ਕਰਮ ਦਾ, ਵੀ ਇਹਨਾਂ ਨੇ ਜੋ ਦਿਨ ਦੇ ਸਮੇਂ ਕੀਤਾ ਕਰਮ, ਕੀ ਇਹਨਾਂ ਨੇ ਘਰ ਦਾ ਕੰਮ ਕੀਤਾ, ਕਜਾਏ ਵੰਗਾਰੀ ਕਰਦੇ ਰਹੇ, ਕੀ ਇਹਨਾਂ ਨੇ ਉੱਥੇ ਲਾਹਾ ਵੀ ਖੱਟਿਆ, ਸ਼ਬਦ ਦੀ ਕਮਾਈ ਵੀ ਕੀਤੀ, ਧਨ ਜਮ੍ਹਾਂ ਵੀ ਕਰਾਇਆ ਕਿ ਜਾਂ ਸਾਰੇ ਖਰਚ ਕਰੀਏ। ਸੋ ਉਹਦਾ ਫਿਰ ਸਾਨੂੰ ਫੈਸਲਾ ਹੁੰਦਾ। ਰੋਜ਼ ਦੀ ਰੋਜ਼ ਹੀ ਵੈਸੇ ਤਾਂ ਫੈਸਲਾ ਹੋ ਜਾਂਦਾ, ਅੰਤ ਸਮੇਂ ਅਖੀਰੀ ਫੈਸਲਾ ਸੁਣਾ ਦਿੰਦੇ। ਰੋਜ਼ ਦੀ ਰੋਜ਼ ਹੀ ਹਿਸਾਬ ਹੋਈ ਜਾਂਦਾ ਵੀ ਕਿੰਨਾ ਇਹਨਾਂ ਨੇ ਬਚਤ ਕੀਤੀ, ਕਿੰਨਾ ਖਰਚ ਕੀਤਾ, ਉਹ ਸਾਰਾ ਰੋਜ਼ ਦੀ ਰੋਜ਼ ਸਾਡਾ ਹਿਸਾਬ ਹੋ ਜਾਂਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਡੀ ਲਿਖਤ ਜਿਹੜੀ ਉਦੋਂ ਸ਼ੁਰੂ ਹੁੰਦੀ ਜਦੋਂ ਅਸੀਂ ਇਸ ਸਰੀਰ ਦੇ ਵਿੱਚ ਆ ਕੇ ਪ੍ਰਵੇਸ਼ ਹੁੰਦੇ ਹਾਂ। ਜਿਉਂ ਹੀ ਆਪਣਾ ਮਨ ਇੱਧਰ ਆਉਂਦਾ ਹੈ, ਆ ਕੇ ਪਾਉਣ 'ਚ ਪ੍ਰਵੇਸ਼ ਹੋਇਆ, ਤੇ ਅਸੀਂ ਜਿਉਂ ਹੀ ਇਹ ਸਰੀਰ 'ਚ ਪ੍ਰਵੇਸ਼ ਹੋਏ, ਸਾਡੀ ਉਦੋਂ ਹੀ ਲਿਖਤ ਜਿਹੜੀ ਉਹ ਸ਼ੁਰੂ ਹੋ ਜਾਣੀ। ਜਿਉਂ ਹੀ ਅਸੀਂ ਉੱਠੇ, ਉੱਠਣ ਸਾਰ ਅਸੀਂ ਨੇਤਰ ਖੋਲ੍ਹੇ, ਤੇ ਨੇਤਰ ਖੁੱਲ੍ਹ ਕੇ ਤੁਸੀਂ ਕੀ ਦੇਖਿਆ ਉਹ ਸਾਡਾ ਦੇਖਣਾ ਲਿਖੇ ਵਿੱਚ। ਜਿਹੜੇ ਤਾਂ ਗੁਰਮੁਖ ਨੇ ਉਹ ਤਾਂ ਜਿਉਂ ਹੀ ਸਵੇਰ ਨੂੰ ਉੱਠਦੇ, ਸਰੀਰ 'ਚ ਪ੍ਰਵੇਸ਼ ਹੁੰਦੇ, ਸਭ ਤੋਂ ਪਹਿਲਾਂ ਉੱਠਣ ਸਾਰ ਹੀ ਉਹ ਫਤਿਹ ਬੁਲਾਉਂਦੇ ਮਾਲਕ ਨੂੰ, ਕਿਉਂਕਿ ਸਾਹਮਣੇ ਉਹ ਸਭ ਤੋਂ ਪਹਿਲਾਂ ਪਰਮਾਤਮਾ ਨੂੰ ਦੇਖਦੇ। ਜਿਸ ਨੂੰ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ। ਗੁਰਮੁਖ ਨੇ ਜਿਹੜੇ ਨਦਰਾਂ ਦੁਆਰਾ ਸਾਹਮਣੇ ਦੇਖਦੇ ਘਰ, ਮੁਕਤੀ ਦਾ ਹੱਟ, ਮੋਖ ਦਾ ਦਵਾਰ ਉਹਨਾਂ ਨੂੰ ਸਾਹਮਣੇ ਨਜ਼ਰ ਆਉਂਦਾ। ਪਹਿਲਾਂ ਸੀਸ ਝੁਕਾਉਂਦੇ, ਮਾਲਕ ਨੂੰ ਸੀਸ ਝੁਕਾਉਂਦੇ, ਤੇ ਉਦੋਂ ਹੀ ਜਦੋਂ ਫਿਰ ਅਸੀਂ ਮਾਲਕ ਨੂੰ ਦੇਖਦੇ ਹਾਂ, ਉਹ ਸਾਡੇ ਸਵਾਸ ਸਾਰੇ ਹੀ ਮੋਖ ਦੇ ਹੱਟ 'ਤੇ ਜਮ੍ਹਾਂ ਹੋ ਜਾਂਦੇ। ਤੇ ਜਿਹਨੇ ਫਿਰ
ਗੁਰੂ ਦੀ ਮੱਤ ਨਹੀਂ ਲਈ, ਉਹ ਜਦੋਂ ਪ੍ਰਵੇਸ਼ ਹੁੰਦਾ ਹੈ ਉਹ ਸਿੱਧਾ ਹੀ ਉੱਠਣ ਸਾਰੀ ਮਾਇਆ ਨੂੰ ਦੇਖਣਾ ਸ਼ੁਰੂ ਕਰ ਦਿੰਦਾ, ਸਿੱਧਾ ਹੀ ਆਕਾਰ ਨੂੰ ਦੇਖੇਗਾ, ਹੋਰ ਸੰਸਾਰ ਦੀਆਂ ਵਸਤੂਆਂ ਨੂੰ ਦੇਖੇਗਾ। ਜਦੋਂ ਫਿਰ ਅਸੀਂ ਜੋ ਦੇਖਦੇ ਹਾਂ, ਦੇਖਣ ਦੇ ਨਾਲ ਫਿਰ ਸਾਡੇ ਜੋ ਫੁਰਨਾ ਵਿਚਾਰ ਬਣਦਾ, ਫਿਰ ਉਹ ਸਾਡਾ ਲਿਖਿਆ ਜਾਂਦਾ। ਫਿਰ ਅਸੀਂ ਜੋ ਸੁਣਦੇ ਹਾਂ, ਉੱਠਣ ਸਾਰ ਅਸੀਂ ਜੋ ਸੁਣਨਾ ਸ਼ੁਰੂ ਕੀਤਾ, ਉਹ ਸਾਡਾ ਸੁਣਨਾ ਲਿਖੇ ਵਿੱਚ ਵੀ ਅਸੀਂ ਕੀ ਸੁਣ ਰਹੇ ਹਾਂ, ਕਿਹੜੇ ਹੱਟ ਦੀ ਅਸੀਂ ਗੱਲ ਸੁਣ ਰਹੇ ਹਾਂ, ਕੀ ਅਸੀਂ ਤਮੋ ਗੁਣ ਦੀ ਗੱਲ ਸੁਣ ਰਹੇ ਹਾਂ, ਰਜੋ ਗੁਣ ਦੀ ਸੁਣ ਰਹੇ ਹਾਂ, ਜਾਂ ਸਤੋ ਗੁਣ ਦੀ ਸੁਣ ਰਹੇ ਹਾਂ, ਕਿ ਜਾਂ ਅਸੀਂ ਮਾਲਕ ਦੀ ਸਿਫਤ ਸਲਾਹ ਸੁਣ ਰਹੇ ਹਾਂ। ਜੇ ਤਾਂ ਅਸੀਂ ਮਾਲਕ ਦੀ ਸਿਫਤ ਸਲਾਹ ਵਡਿਆਈ ਸੁਣ ਰਹੇ ਹਾਂ, ਫਿਰ ਤਾਂ ਸਾਡਾ ਉਹ ਜਿਹੜਾ ਸੁਣਨਾ, ਉਹ ਸਾਡਾ ਸੁਣਨਾ ਵੀ ਪ੍ਰਵਾਨ, ਤੇ ਸਾਡੇ ਉਹ ਸਵਾਸ ਜਿਹੜੇ ਮੋਖ ਦੇ ਹੱਟ 'ਤੇ ਜਮ੍ਹਾਂ, ਨਹੀਂ ਤਾਂ ਸਾਡੇ ਉਹ ਖਰਚ ਹੋ ਜਾਣੇ। ਜਿਹੜੇ ਹੱਟ ਦੀ ਅਸੀਂ ਗੱਲ ਸੁਣੀ, ਉਸੇ ਹੱਟ 'ਤੇ ਸਾਡੇ ਜਮ੍ਹਾਂ ਹੋ ਜਾਣੇ, ਵੀ ਉਹ ਲਿਖੇ ਜਾਣੇ ਵੀ ਇਹਨਾਂ ਨੇ ਆਹ ਹੱਟ 'ਤੇ ਇਹ ਸਵਾਸ ਖਰਚ ਕਰ ਲਿਆ। ਫਿਰ ਅਸੀਂ ਜਿਉਂ ਹੀ ਬੋਲਣਾ ਸ਼ੁਰੂ ਕੀਤਾ, ਸਾਡਾ ਉਹ ਲਿਖਿਆ ਜਾਣਾ ਵੀ ਤੁਸੀਂ ਕੀ ਬੋਲੇ, ਕਿਹੜੇ ਹੱਟ 'ਤੇ ਬੋਲੇ, ਕੀ ਗੱਲ ਕੀਤੀ, ਉਹ ਉਦੋਂ ਹੀ ਚਿੱਤਰਗੁਪਤ ਨੇ ਨੋਟ ਕਰ ਲੈਣੀ, ਉਦੋਂ ਹੀ ਲਿਖ ਲੈਣਾ। ਜੇ ਤਾਂ ਹੁਣ ਆਪਾਂ ਮਾਲਕ ਦੀ ਸਿਫਤ ਸਲਾਹ ਕਰਦੇ ਹਾਂ, ਸਿਮਰਨ ਕਰਦੇ ਹਾਂ, ਮਾਲਕ ਦੀ ਵਡਿਆਈ ਕਰਦੇ ਹਾਂ, ਸਾਡੇ ਉਹ ਸਵਾਸ ਮੋਖ ਦੇ ਹੱਟ 'ਤੇ ਜਮ੍ਹਾਂ, ਤੇ ਨਹੀਂ ਤਾਂ ਜਿਹੜੇ ਹੱਟ ਦੀ ਤੁਸੀਂ ਗੱਲ ਕੀਤੀ ਉਹ 'ਤੇ ਜਮ੍ਹਾਂ ਹੋ ਜਾਣੇ। ਫਿਰ ਸੰਸਾਰ ਦੇ ਵਿੱਚ ਜਦੋਂ ਆਪਾਂ ਚੱਲਦੇ ਹਾਂ, ਚੱਲਦੇ ਹੋਏ ਅਸੀਂ ਕੀ ਸੋਚ ਰਹੇ ਹਾਂ, ਕੀ ਸਾਡੇ ਅੰਦਰ ਵਿਚਾਰ ਚੱਲਦੇ ਨੇ, ਉਹ ਸਾਡਾ ਲਿਖਿਆ ਜਾਣਾ ਹੈ ਸਾਰਾ। ਜਾਣੀ ਦੀ ਸਵੇਰ ਤੋਂ ਲੈ ਕੇ ਜਿੰਨਾ ਸਮਾਂ ਆਪਾਂ ਇਸ ਸਰੀਰ ਦੇ ਵਿੱਚ ਰਹਿੰਦੇ ਹਾਂ, ਉਹ ਸਾਡੀ ਸਾਰੀ ਲਿਖਤ ਲਿਖੀ ਜਾਂਦੀ ਹੈ। ਚਿੱਤਰਗੁਪਤ ਨੇ ਜਿਹੜੇ ਉਹ ਵੀ ਲਿਖਦੇ, ਉਹਨਾਂ ਨੇ ਲਿਖ ਕੇ ਧਰਮਰਾਜ ਨੂੰ ਰਿਪੋਰਟ ਦੇਣੀ, ਤੇ ਨਾਲ ਸਾਡੇ ਮਨ ਨੂੰ ਵੀ ਹੁਕਮ ਹੈ ਵੀ ਤੂੰ ਆਪ ਵੀ ਲਿਖਣਾ, ਤੈਨੂੰ ਧਨ ਦਿੱਤਾ ਹੈ, ਤੂੰ ਹਿਸਾਬ ਕਿਤਾਬ ਰੱਖਣਾ ਹੈ। ਜੇ ਤੂੰ ਹਿਸਾਬ ਰੱਖਿਆ ਹੋਏਗਾ ਤੇ ਤੈਨੂੰ ਲਿਖ ਦੇਣਾ ਸੌਖਾ ਹੋ ਜਾਏਗਾ। ਇਸ ਲਈ ਮਹਾਰਾਜ ਫਿਰ ਫਰਮਾਉਂਦੇ, ਲੇਖੇ ਬੋਲਣਾ, ਲੇਖੇ ਖਾਣਾ ਖਾਓ, ਲੇਖੇ ਵਾਟ ਚਲਾਈਏ, ਲੇਖੇ ਸੁਣ ਵਿਖਾਓ, ਲੇਖੇ ਸਾਹ ਲਵਾਈਏ, ਅੜੇ ਕੇ ਪੁੱਛਣ ਜਾਓ। ਮਹਾਰਾਜ ਕਹਿੰਦੇ ਵੀ ਇਹ ਤੁਹਾਨੂੰ ਕਿਸੇ ਪੜ੍ਹਿਆਂ ਲਿਖਿਆਂ ਤੋਂ ਪੁੱਛਣ ਦੀ ਲੋੜ ਨਹੀਂ, ਵੀ ਇਹ ਤਾਂ ਸਾਡੇ ਮਾਂ ਪਿਓ ਨੇ ਸਾਨੂੰ ਸਵਾਸਾਂ ਦਾ ਧਨ ਦਿੱਤਾ ਹੈ, ਤੇ ਸਾਤੋਂ ਹਿਸਾਬ ਵੀ ਉਹਨੇ ਲੈਣਾ ਹੀ ਲੈਣਾ ਵਾਪਸ। ਇਹ ਨਹੀਂ ਵੀ ਸਾਡਾ ਹਿਸਾਬ ਕੋਈ ਹੋਰ ਦੇਗਾ, ਵੀ ਮਾਂ ਆਖੇ ਮੇਰਾ ਪੁੱਤ ਦੇ ਦੇਗਾ, ਜਾਂ ਪੁੱਤ ਆਖੇ ਮੇਰਾ ਮਾਂ ਦੇ ਦੇਗੀ, ਜਾਂ ਮੇਰਾ ਪਿਓ ਦੇ ਦੇਗਾ। ਇਹ ਸਾਡਾ ਆਪੋ ਆਪਣਾ, ਸਾਨੂੰ ਸਵਾਸਾਂ ਦਾ ਧਨ ਮਿਲਿਆ ਹੈ, ਤੇ ਸਾਤੋਂ ਹੀ ਵਾਪਸੀ ਇਹਦਾ ਹਿਸਾਬ ਲਿਆ ਜਾਣਾ ਹੈ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ, ਜੇ ਹੁਣ ਅਸੀਂ ਸਿਮਰਨ ਕਰਾਂਗੇ, ਸਾਡਾ ਮਨ ਸੁੱਚਾ ਹੋ ਜਾਏਗਾ, ਸਾਡਾ ਮਨ ਨਿਰਮਲ ਹੋ ਜਾਏਗਾ, ਫਿਰ ਸਾਨੂੰ ਲੇਖਾ ਦੇਣਾ ਸੌਖਾ। ਨਹੀਂ ਤਾਂ ਉਸ ਸੱਚੇ ਦਰਬਾਰ ਦੇ ਵਿੱਚ ਸਾਡੀ ਕੋਈ ਹਾਮੀ ਭਰਦਾ ਨਹੀਂ ਹੈ, ਸਾਡਾ ਉੱਥੇ ਕੋਈ ਪੱਲਾ ਨਹੀਂ ਫੜਦਾ। ਮਹਾਰਾਜ ਕਹਿੰਦੇ, ਕਬੀਰ ਲੇਖਾ ਦੇਣਾ ਸਹੇਲਾ, ਜੋ ਦਿਲ ਸੂਚੀ ਹੋਏ, ਉਸ ਸਾਚੇ ਦੀਵਾਨ ਮੇਂ ਪੱਲਾ ਨਾ ਪਕੜੇ ਕੋਈ। ਬਈ ਉੱਥੇ ਨਹੀਂ ਤਾਂ ਕੋਈ ਹਾਮੀ ਭਰਦਾ ਨਹੀਂ ਹੈ। ਇਹ ਨਹੀਂ ਹੈ ਬਈ ਸਾਡੀ ਕੋਈ ਉੱਥੇ ਗਵਾਹੀ ਦੇਵੇ, ਕਿਉਂਕਿ ਇਹ ਜਿਹੜੇ ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਗਾ ਤੇ ਉੱਥੇ ਖੜੇ ਹੋ ਜਾਂਦੇ ਵੀ ਆਹ ਦੇਖੋ ਵੀ ਸਾਡੇ ਨਾਲ ਕਰਦਾ ਰਿਹਾ ਮਿਲ ਕੇ, ਵੀ ਫਿਰ ਇਹ ਉੱਥੇ ਮੁੱਕਰ ਨਹੀਂ ਸਕਦਾ ਵੀ ਮੈਂ ਆਹ ਕੰਮ ਕੀਤਾ ਨਹੀਂ। ਇਸ ਵਾਸਤੇ ਫਿਰ ਜੋ ਇੱਧਰ ਮਨ ਕਰਦਾ ਉਹ ਫਿਰ ਸਾਰਾ ਨੂੰ ਦਿਖਾ ਦਿੰਦੇ, ਜਿਵੇਂ ਫਿਲਮ ਬਣਦੀ ਹੈ ਇੱਕ, ਇਸੇ ਤਰ੍ਹਾਂ ਹੀ ਇਹ ਸਾਰਾ ਫਿਰ ਇਹਦੀ ਰਿਕਾਰਡਿੰਗ ਹੋ ਜਾਂਦੀ ਹੈ। ਜਦੋਂ ਫਿਰ ਅਖੀਰੀ ਫੈਸਲਾ ਸੁਣਾਉਣਾ ਹੁੰਦਾ, ਫਿਰ ਉਹ ਸਾਰੀ ਇਹਨੂੰ ਦਿਖਾਉਂਦੇ, ਫਿਰ ਇਹ ਮੁੱਕਰ ਨਹੀਂ ਸਕਦਾ।
ਇਸ ਲਈ ਮਹਾਰਾਜ ਫਿਰ ਕਹਿੰਦੇ ਕਹੇ ਰਵਿਦਾਸ ਭਇਓ ਜਬ ਲੇਖੋ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਬਈ ਜਦੋਂ ਲੇਖਾ ਹੋਣ ਲੱਗਿਆ, ਮਨ ਦਾ ਹਿਸਾਬ ਹੋਣ ਲੱਗਿਆ, ਉਹ ਸਾਰਾ ਦਿਖਾ ਦਿੰਦੇ ਇਹਨੂੰ ਵੀ ਆਹ ਦੇਖ, ਬਈ ਤੂੰ ਆਪ ਵਿਚਾਰ ਲੈਂਦਾ ਰਿਹਾ ਕਿ ਨਹੀਂ ਲੈਂਦਾ ਰਿਹਾ, ਇਹਦੇ ਮੁੱਕਰ ਨਹੀਂ ਸਕਦਾ ਵੀ ਮੈਂ ਕੀਤਾ ਨਹੀਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਹੁਣ ਅਸੀਂ ਗੁਰੂ ਦੀ ਮੱਤ ਦੁਆਰਾ ਚੱਲਾਂਗੇ, ਸਿਮਰਨ ਅਭਿਆਸ ਕਰਾਂਗੇ, ਸਾਡਾ ਮਨ ਹੁਕਮ ਦੇ ਵਿੱਚ ਆ ਜਾਏਗਾ ਤੇ ਫਿਰ ਇਹਦਾ ਕੀਤਾ ਹੋਇਆ ਸਾਰਾ ਮਾਫ ਹੋ ਜਾਂਦਾ। ਨਾਮ ਦੇ ਨਾਲ ਜੇ ਅਸੀਂ ਜੁੜ ਜਾਂਦੇ ਹਾਂ, ਚਾਹੇ ਅਸੀਂ ਕਿੰਨੇ ਵੀ ਪਾਪ ਕੀਤੇ ਕਰੋੜਾਂ, ਸੱਚੇ ਪਾਤਸ਼ਾਹ ਕਹਿੰਦੇ ਕਿੱਡਾ ਵੀ ਜੀਵ ਝਗੜਾਲੂ ਹੋਵੇ, ਕਿੰਨਾ ਵੀ ਸੰਸਾਰ ਦੇ ਵਿੱਚ ਜੀਵ ਉਹਦੀ ਬਦਨਾਮੀ ਕਰਨ, ਵੀ ਇਹ ਤੋਂ ਵੱਡਾ ਪਾਪੀ ਦਾ ਕੋਈ ਹੋ ਹੀ ਨਹੀਂ ਸਕਦਾ। ਜੇ ਮਹਾਰਾਜ ਕਹਿੰਦੇ ਉਹ ਨਾਮ ਦੇ ਨਾਲ ਜੁੜ ਜਾਂਦਾ ਹੈ, ਉਹਦੇ ਕੀਤੇ ਹੋਏ ਪਾਪ ਸਾਰੀ ਮਾਫ ਹੋ ਜਾਂਦੇ। ਨਾਮ ਹੈ ਜਿਹੜਾ ਇਸ ਤਰ੍ਹਾਂ ਪਾਪਾਂ ਨੂੰ ਸਾੜ ਦਿੰਦਾ, ਜਿਵੇਂ ਅੱਗ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ। ਮਹਾਰਾਜ ਫਰਮਾਉਂਦੇ ਘੋਰ ਦੁੱਖੰ ਗਾਨਿਕ ਹਤੰ ਜਨਮ ਦਰਿਦਰ ਮਹਾ ਵਖਿਆਦੰ ਸਗਲ ਮਿਟੰਤ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮ ਕਰੋਥ। ਮਹਾਰਾਜ ਕਹਿੰਦੇ ਵੀ ਕਿੰਨਾ ਵੀ ਘੋਰ ਪਾਪੀ ਹੋਵੇ, ਘੋਰ ਦੁੱਖਾਂ ਦਾ ਮਾਰਿਆ ਹੋਵੇ, ਪਰ ਜਦੋਂ ਨਾਮ ਦੇ ਨਾਲ ਜੁੜ ਗਿਆ ਸਾਰੇ ਹੀ ਪਾਪ ਉਹਦੇ ਖੰਡਨ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਨਾਮ ਦੀ ਵਡਿਆਈ ਹੈ। ਤਾਂਹੀਓ ਗੁਰਬਾਣੀ 'ਚ ਆਪਾਂ ਨੂੰ ਉਦਾਹਰਨਾਂ ਦਿੱਤੀਆਂ ਐਸੇ ਜੀਵਾਂ ਦੀਆਂ, ਜਿਵੇਂ ਅਜਾਮਲ ਕਹਿੰਦੇ ਪਾਪੀ, ਗਣਕਾ, ਬੇਸ਼ਵਾ, ਜਦੋਂ ਉਹਨਾਂ ਨੇ ਸਿਮਰਨ ਕੀਤਾ, ਨਾਮ ਦੇ ਨਾਲ ਜੁੜ ਗਏ, ਤੇ ਉਹਨਾਂ ਦਾ ਵੀ ਜਿਹੜਾ ਸੀ ਪਾਰ ਉਤਾਰਾ ਹੋ ਗਿਆ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਸਾਨੂੰ ਅਜਾਮਲ ਗਜ ਗਨਕਾ ਪਤਤ ਕਰਮ ਕੀਨੇ ਤੇ ਉਹ ਉਤਰ ਪਾਰ ਪਰੇ ਰਾਮ ਨਾਮ ਲੀਨੇ, ਵੀ ਉਹਨਾਂ ਦਾ ਵੀ ਪਾਰ ਉਤਾਰਾ ਹੋ ਗਿਆ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਪਾਪ ਨਹੀਂ ਵੱਡਾ, ਨਾਮ ਵੱਡਾ। ਵੀ ਜਦੋਂ ਅਸੀਂ ਨਾਮ ਦੇ ਨਾਲ ਜੁੜ ਗਏ ਤੇ ਸਾਰਾ ਹੀ ਸਾਡੇ ਮਨ ਦਾ ਕੀਤਾ ਹੋਇਆ ਮਾਲਕ ਉਹ ਸਾਫ਼ ਕਰ ਦਿੰਦਾ। ਪਰ ਅਸੀਂ ਨਾਮ ਦੇ ਨਾਲ ਜੁੜ ਜਾਈਏ, ਸਾਨੂੰ ਭੇਜ ਆ ਜੇ ਨਾਮ ਦਾ, ਸਾਨੂੰ ਸੋਝੀ ਹੋ ਜੇ ਨਾਮ ਦੀ। ਜਦੋਂ ਅਸੀਂ ਨਾਮ ਦੇ ਨਾਲ ਜੁੜਾਂਗੇ ਫਿਰ ਸਾਡੀ ਜਿਹੜੀ ਮੱਤ ਮਲੀਨ ਹੋਈ ਉਹਦੀ ਮੈਲ ਉਤਰ ਜਾਂਦੀ ਹੈ। ਜਿਵੇਂ ਹੁਣ ਇਸ ਸੰਸਾਰ ਦੇ ਵਿੱਚ ਆਪਾਂ ਆਉਣਾ ਤਾਂ ਹੈਗਾ ਹੀ ਹੈ, ਰੋਜ਼ ਹੀ ਆਉਂਦੇ। ਇੱਧਰ ਆਉਣਾ ਤੇ ਮਨ ਨੇ ਕਰਮ ਕਰਨਾ, ਵਿਚਾਰਾਂ ਦੇ ਵਿੱਚ ਵੀ ਜਾਣਾ ਹੈ ਤੇ ਵਿਚਾਰਾਂ ਦੀ ਮੈਲ ਵੀ ਲੱਗ ਜਾਣੀ ਮਨ। ਹੁਣ ਜਿਵੇਂ ਆਪਾਂ ਇਸ ਸੰਸਾਰ ਦੇ ਵਿੱਚ ਕਰਮ ਕਰਦੇ ਹਾਂ, ਕਿਰਤ ਕਰਦੇ ਹਾਂ, ਕੱਪੜਾ ਪਹਿਨਦੇ ਹਾਂ, ਕੱਪੜਾ ਮੈਲਾ ਹੋ ਜਾਂਦਾ, ਇਹ ਸਰੀਰ ਨੂੰ ਮੈਲ ਲੱਗ ਜਾਂਦੀ, ਤਨ ਮੈਲਾ ਹੋ ਜਾਂਦਾ। ਤੇ ਆਪਾਂ ਕੀ ਕਰਦੇ ਹਾਂ, ਆਪਾਂ ਇਸ਼ਨਾਨ ਕਰਦੇ ਹਾਂ, ਕੱਪੜੇ ਨੂੰ ਧੋ ਦਿੰਦੇ ਹਾਂ ਤੇ ਮੈਲ ਉਤਰ ਜਾਂਦੀ। ਇਸੇ ਤਰ੍ਹਾਂ ਹੀ ਸਾਨੂੰ ਕਹਿੰਦੇ ਵੀ ਤੁਸੀਂ ਜਦੋਂ ਨਾਮ ਦੇ ਨਾਲ ਜੁੜ ਜਾਓਗੇ, ਜੇ ਸਾਡੇ ਮਨ 'ਤੇ ਕੋਈ ਮੈਲ ਲੱਗ ਵੀ ਗਈ, ਨਾਮ ਨੂੰ ਸੁਣੋ ਤੇ ਉਤਰ ਜਾਂਦੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਜੁਗਤੀ ਤਰੀਕਾ ਹੈ, ਹੁਨਰ ਹੈ, ਗੁਰ ਹੈ ਮਨ ਨੂੰ ਧੋਣ ਦਾ, ਮਨ ਤੋਂ ਮੈਲ ਨੂੰ ਲਾਹੁਣ ਦਾ। ਜਿਵੇਂ ਹੁਣ ਸੰਸਾਰ ਦੀ ਤਾਂ ਅਸੀਂ ਇਹ ਜੁਗਤ ਸਿੱਖੀ ਹੈ, ਤਰੀਕਾ ਸਿੱਖਿਆ ਵੀ ਕਿਵੇਂ ਅਸੀਂ ਕੱਪੜਾ ਧੋਣਾ, ਉਹਦੇ ਵਾਸਤੇ ਜੁਗਤੀ ਹੈ, ਵੀ ਜੁਗਤੀ ਆਪਾਂ ਲਾਉਂਦੇ ਹਾਂ ਤੇ ਉਹ ਕੱਪੜੇ ਨੂੰ ਧੋ ਦਿੰਦੇ। ਇਸੇ ਤਰ੍ਹਾਂ ਹੀ ਫਿਰ ਮਨ ਨੂੰ ਧੋਣ ਦੀ ਵੀ ਜੁਗਤੀ। ਮਹਾਰਾਜ ਕਹਿੰਦੇ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿੱਤ ਲਾਈ। ਵੀ ਜਦੋਂ ਅਸੀਂ ਫਿਰ ਮਾਲਕ ਨੂੰ ਦੇਖ ਕੇ ਨਾਮ ਨੂੰ ਸੁਣਦੇ ਹਾਂ ਤੇ ਰਸਨਾ ਦੁਆਰਾ ਸਿਮਰਨ ਕਰਦੇ ਹਾਂ ਤੇ ਮਨ ਦੀ ਮੈਲ ਸਾਰੀ ਉਤਰ ਜਾਂਦੀ ਹੈ। ਆਓ ਹੁਣ ਕਿਵੇਂ ਆਪਣੇ ਮਨ ਦੀ ਮੈਲ
ਉਤਰਦੀ ਉਹਦੇ ਵਾਸਤੇ ਜੋ ਮਹਾਰਾਜ ਆਪਾਂ ਨੂੰ ਇਹ ਸਾਸਕ ਰਸ ਸਿਮਨ ਦੱਸਦੇ ਨੇ। ਜਿਉਂ-ਜਿਉਂ ਆਪਾਂ ਇਹ ਅਭਿਆਸ ਕਰਾਂਗੇ ਤੇ ਉਹਦੇ ਸਾਡੇ ਮਨ ਦਾ ਇਸ਼ਨਾਨ ਹੋਏਗਾ ਤੇ ਮਨ ਦੀ ਮੈਲ ਉਤਰੇਗੀ। ਮਹਾਰਾਜ ਫਰਮਾਉਂਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਈ ਅਰੋਗਾ। ਵੀ ਸਾਡਾ ਮਨ ਵੀ ਤੇ ਮਨ ਦਾ ਤਨ ਵੀ ਰੋਗ ਰਹਿਤ ਹੋ ਜਾਣਾ। ਮਨ ਵੀ ਧੋਤਾ ਜਾਣਾ, ਮਨ ਦਾ ਤਨ ਵੀ ਧੋਤਾ ਜਾਣਾ। ਜਦੋਂ ਆਪਾਂ ਇਹ ਸਿਮਰਨ ਕਰਾਂਗੇ ਤੇ ਸ਼ਬਦ ਦੀ ਵਿਚਾਰ ਕਰਾਂਗੇ। ਆਓ ਹੁਣ ਕਿਵੇਂ ਮਨ ਨੂੰ ਧੋਣਾ, ਜੋ ਸਤਿਗੁਰੂ ਆਪਾਂ ਨੂੰ ਇਹ ਸਿਮਰਨ ਦੱਸਦੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੀ ਜਦੋਂ ਆਪਾਂ ਸਿਮਰਨ ਕਰਦੇ ਹਾਂ, ਫਿਰ ਇਹ ਜਿਹੜਾ ਆਪਣਾ ਸਵਾਸਾਂ ਦਾ ਧਨ ਹੈ, ਇਹ ਮੋਖ ਦੇ ਹੱਟ ਤੇ ਜਮ੍ਹਾਂ ਹੁੰਦਾ ਹੈ। ਜਿੰਨਾ ਧਨ ਆਪਾਂ ਜਮ੍ਹਾਂ ਕਰਵਾਵਾਂਗੇ, ਇਹ ਆਪਣੀ ਹੈ ਅਸਲ ਕਮਾਈ, ਨਿੱਜੀ ਕਮਾਈ। ਇਸ ਕਮਾਈ ਦੇ ਵਿੱਚੋਂ, ਇਸ ਧਨ ਦੇ ਵਿੱਚੋਂ ਸਾਡੇ ਨਾਲ ਕੋਈ ਵੰਡਾ ਨਹੀਂ ਸਕਦਾ। ਜਿਹੜਾ ਨਾਮ ਧਨ ਹੈ, ਉਹ ਧਨ ਨੇ ਸਾਨੂੰ ਇੱਥੇ ਵੀ ਸੁੱਖ ਦੇਣਾ ਤੇ ਸਾਡੇ ਨਾਲ ਅੱਗੇ ਵੀ ਜਾਣਾ। ਸੰਸਾਰੀ ਧਨ ਤਾਂ ਵੰਡਾਇਆ ਜਾ ਸਕਦਾ, ਹਿੱਸੇ ਪੈ ਜਾਂਦੇ ਨੇ। ਇਹ ਸਾਡਾ ਨਿੱਜੀ ਹੈ, ਇਹਦੇ ਵਿੱਚੋਂ ਸਾਡੇ ਨਾਲੋਂ ਕੋਈ ਵੰਡਾ ਨਹੀਂ ਸਕਦਾ। ਨਾ ਕੋਈ ਚੋਰ ਇਹਨੂੰ ਚੋਰੀ ਕਰ ਸਕਦਾ। ਦੂਸਰਾ ਧਨ ਤਾਂ ਚੋਰੀ ਵੀ ਹੋ ਜਾਂਦਾ, ਡਰ ਵੀ ਚੋਰੀ ਹੋਣ ਦਾ। ਇਹ ਸਾਡਾ ਚੋਰੀ ਵੀ ਨਹੀਂ ਹੁੰਦਾ, ਸਾਹਮਣੇ ਮਾਲਕ ਹੈ ਤੇ ਇੱਥੇ ਸਾਡਾ ਜਮ੍ਹਾਂ ਹੋਈ ਜਾਂਦਾ। ਇਸ ਲਈ ਮਹਾਰਾਜ ਕਹਿੰਦੇ, ਇਸ ਧਨ ਕੋ ਜਮ ਜੋ ਨ ਸਕੇ ਨਾ ਤਸਕਰ ਲੈ ਜਾਏ। ਇਹੋ ਹਰ ਧਨ ਜੀਏ ਸੇਧੀ ਰਵ ਰਿਹਾ, ਜੀਏ ਨਾਲੇ ਜਾਏ। ਇਹ ਸਾਡੇ ਜੀ ਦੇ ਨਾਲ, ਮਨ ਦੇ ਨਾਲ ਜਾਣਾ ਹੈ। ਉਹ ਇਸ ਵਾਸਤੇ ਹੁਣ ਇਹ ਆਪਣੇ ਤੇ ਮਨਸਰ ਹੈ ਵੀ ਅਸੀਂ ਕਿੰਨੀ ਕੁ ਕਮਾਈ ਕਰਦੇ ਹਾਂ, ਕਿੰਨਾ ਕੁ ਅਸੀਂ ਧਨ ਜਮ੍ਹਾਂ ਕਰਾਉਂਦੇ ਹਾਂ। ਤੇ ਸਾਨੂੰ ਸਮਝਾਉਂਦੇ ਹੁਣ ਇਹ ਆਪੋ ਆਪਣਾ ਵੀ ਸਾਡਾ ਨਿੱਜੀ ਹੈ, ਇਹਦੇ ਵਿੱਚ ਆਪਾਂ ਆਲਸ ਨਹੀਂ ਕਰਨੀ, ਇਹਦੇ 'ਚ ਢਿੱਲ ਨਹੀਂ ਕਰਨੀ। ਜੇ ਸਿਮਰਨ ਨਹੀਂ ਆਪਾਂ ਕਰਦੇ ਤੇ ਦੋਸ਼ ਆਪਦਾ ਹੀ ਮਰਨਾ ਹੈ, ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ। ਜੇ ਆਪਾਂ ਦੁਖੀ ਵੀ ਹਾਂ ਤਾਂ ਦੁਖੀ ਹਾਂ ਅਸੀਂ, ਕਿਉਂਕਿ ਮਾਲਕ ਨੂੰ ਜਦੋਂ ਅਸੀਂ ਨਹੀਂ ਸਿਮਰਦੇ ਫਿਰ ਸਾਡਾ ਮਨ ਦੁਖੀ ਹੁੰਦਾ। ਇਸ ਲਈ ਮਹਾਰਾਜ ਕਹਿੰਦੇ, ਸੰਸਾਰ ਦੇ ਵਿੱਚ ਜੀਵ ਦੂਸਰਿਆਂ ਨੂੰ ਦੋਸ਼ ਦਿੰਦੇ, ਪਰ ਕਿਸੇ ਹੋਰ ਦਾ ਦੋਸ਼ ਨਹੀਂ, ਜੀਵ ਆਪਦਾ ਕੀਤਾ ਆਪ ਹੀ ਪਾਉਂਦਾ ਹੈ। ਮਹਾਰਾਜ ਸਮਝਾਉਂਦੇ, ਦੁਨੀਆ ਦੋਸ਼ ਰੋਸ ਹੈ ਲੋਈ, ਆਪਣਾ ਕੀਆ ਪਾਵੇ ਸੋਈ। ਬਈ ਸੰਸਾਰ ਦੇ ਵਿੱਚ ਤਾਂ ਜੀਵ ਦੂਸਰਿਆਂ ਨੂੰ ਦੋਸ਼ ਦਿੰਦਾ, ਦੂਸਰਿਆਂ 'ਤੇ ਰੋਸ ਕਰਦਾ, ਪਰ ਉਹ ਸਾਡਾ ਲਾਇਆ ਹੋਇਆ ਦੋਸ਼, ਉਹ ਸਾਡਾ ਵਿਅਰਥ ਹੀ ਹੈ ਜਦ ਤੱਕ ਅਸੀਂ ਆਪਦਾ ਦੋਸ਼ ਨਹੀਂ ਮੰਨਦੇ। ਇਸ ਵਾਸਤੇ ਹੁਣ ਇਹ ਆਪਣੇ ਤੇ ਮਨਸਰ ਹੈ, ਆਪੋ ਆਪਣਾ ਖੇਲ ਹੈ। ਸੋ ਆਪਾਂ ਹੁਣ ਵੱਧ ਤੋਂ ਵੱਧ ਇਹ ਆਪਦੇ ਵਾਸਤੇ, ਕਿਸੇ ਹੋਰ ਵਾਸਤੇ ਨਹੀਂ, ਇਹ ਆਪਣੇ ਵਾਸਤੇ। ਸੋ ਆਪਦੇ ਵਾਸਤੇ ਆਪਾਂ ਹੁਣ ਇਹ ਕਮਾਈ ਕਰਨੀ, ਵੱਧ ਤੋਂ ਵੱਧ ਅਭਿਆਸ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਦੇ, ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਨੂੰ ਸਮਝ ਲੱਗ ਸਕੇ ਸਤਿਗੁਰੂ ਸਾਨੂੰ ਕੀ ਉਪਦੇਸ਼ ਦੇ ਰਹੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਬਾਕੀ ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ, ਸਾਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਇਹ ਜੋ ਆਪਣੇ ਜੀਵਨ ਦਾ ਅਸਲ ਮਕਸਦ ਹੈ ਵੀ ਸਮਾਂ ਸਾਡਾ ਸੀਮਤ ਹੈ, ਰੋਜ਼ ਦੀ ਰੋਜ਼ ਸਮਾਂ ਸਾਡਾ ਘਟਦਾ ਜਾ ਰਿਹਾ ਹੈ। ਬਈ ਹੁਣ ਜਿਸ ਕਾਰਜ ਵਾਸਤੇ ਤੁਸੀਂ ਸੰਸਾਰ ਦੇ ਵਿੱਚ ਆਏ ਹੋ, ਉਹਨੂੰ ਛੇਤੀ ਤੋਂ ਛੇਤੀ ਸਵਾਰ ਲਓ। ਇਹਦੇ ਵਿੱਚ ਆਲਸ ਨਾ ਕਰੋ, ਢਿੱਲ ਨਾ ਵਰਤੋ। ਬਈ ਸਮਾਂ ਕੋਈ ਪਤਾ ਨਹੀਂ ਸਕਦਾ ਕਦੋਂ ਖਤਮ ਹੋ ਜਾਣਾ। ਇਸ ਲਈ ਹਰ ਇੱਕ ਸਵਾਸ ਨਾਲ ਮਾਲਕ ਨੂੰ ਚੇਤੇ ਕਰਦੇ ਰਹੋ। ਗੱਗਾ ਗੋਬਿੰਦ ਗੁਣ ਰਵੋ, ਸਾਸ ਸਾਸ ਜਪ ਨੀਤ, ਕਹਾ ਬਸਾਸਾ ਦੇ ਕਾ ਬਿਲਮ ਨ ਕਰਿਓ ਮੀਤ। ਨਹਿ ਬਾਰਕ ਨਹਿ ਜੋਬਣੇ, ਨਾ ਬਿਰਦੀ ਕਿਛ ਬੰਝ ਉਹ ਵੇਲਾ ਨਾ ਬੂਝੀਏ, ਜੋ ਆਈ ਭਰੇ ਜਮ ਫੰਦ। ਮਹਾਰਾਜ ਕਹਿੰਦੇ ਵੀ ਇਹਦੇ ਵਿੱਚ ਬਿਲਮ ਦੇਰੀ ਨਾ ਕਰੋ। ਇਹ ਨਾ ਆਖੋ ਵੀ ਚਲੋ ਕੋਈ ਨਹੀਂ, ਅੱਜ ਰਹਿਣ ਦਿੰਦੇ ਹਾਂ, ਕੱਲ੍ਹ ਨੂੰ ਕਰ ਲਾਂਗੇ। ਕੱਲ੍ਹ ਬੜਾ ਦੂਰ ਹੈ। ਆਪਾਂ ਜਿਹੜਾ ਜੀਵ ਇੱਕ ਦਮ ਦੇ ਹੈ, ਇੱਕ ਸਵਾਸ 'ਤੇ ਸਾਡਾ ਜੀਵਨ। ਜੇ ਸਾਹ ਆਇਆ ਤੇ ਜੀਵਨ ਹੈ, ਨਹੀਂ ਆਇਆ ਤੇ ਕੁਛ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਸਿਮਰਨ ਕਰਨ ਲੱਗਿਆ ਇੱਕ ਖਿੰਨ ਵੀ ਢਿੱਲ ਨਾ ਕਰੋ। ਹਰ ਜਾਪਦਿਆਂ ਖਿੰਨ ਢਿੱਲ ਨਾ ਕੀਜੀ ਮੇਰੀ ਜਿੰਦੜੀਏ, ਮੱਧ ਕੇ ਜਾਪੇ ਸਾਹੁ ਆਵੇ ਕਿ ਨਾ ਆਵੇ ਰਾਮ।
ਮਹਾਰਾਜ ਕਹਿੰਦੇ ਵੀ ਢਿੱਲ ਨਾ ਵਰਤੋ, ਆਲਸ ਨਾ ਕਰੋ, ਵੀ ਆਪਦਾ ਜਿਹੜਾ ਕਾਰਜ ਆ ਉਹ ਸਵਾਰ ਲਓ। ਜੇ ਸਵਰਿਆ ਹੋਏਗਾ ਫਿਰ ਆਪਾਂ ਨੂੰ ਜਦੋਂ ਮਰਜ਼ੀ ਬੁਲਾ ਲੈਣ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।